ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਤੁਹਾਡਾ ਸਾਰਿਆਂ ਦਾ ਸਵਾਗਤ NRI ਵਰਡ ਦੇ ਵਿੱਚ। ਅੱਜ ਸਾਡੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਸ਼੍ਰੀ ਨਿਪਨ ਬਾਂਸਲ ਜੀ, NRI ਲਾਇਰ ਐਂਡ ਕੰਸਲਟੈਂਟ, ਤੇ ਅੱਜ ਅਸੀਂ ਤੁਹਾਨੂੰ ਟੈਕਸੇਸ਼ਨ ਬਾਰੇ ਸਾਰੀ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕਰਾਂਗੇ ਆਪਣੇ ਇਸ ਐਪੀਸੋਡ ਦੇ ਵਿੱਚ। ਬਹੁਤ ਸਵਾਗਤ ਕਰਦੇ ਹਾਂ ਸਰ, ਵੈਲਕਮ ਟੂ ਦ ਸ਼ੋ। ਗੁੱਡ ਆਫਟਰਨੂਨ ਮਿਸਟਰ ਖੰਨਾ, ਗੁੱਡ ਆਫਟਰਨੂਨ ਸਾਰੇ ਪੰਜਾਬ ਮੇਲ USA ਦੇ ਲਿਸਨਰਸ ਨੂੰ ਜੀ। ਬਹੁਤ ਸਵਾਗਤ ਤੁਹਾਡਾ। ਤਾਂ ਅਸੀਂ ਫਸਟ ਤੁਹਾਡੇ ਕੋਲੋਂ ਇਹੀ ਜਾਣਨਾ ਚਾਹਾਂਗੇ ਕਿ NRI ਦੀ ਜੋ ਡੈਫੀਨੇਸ਼ਨ ਹੈ, ਜੋ ਪਰਿਭਾਸ਼ਾ ਹੈ, ਉਹ ਸਿਰਫ ਇਨਕਮ ਟੈਕਸ ਐਕਟ ਤੇ ਫੇਮਾ ਦੇ ਵਿੱਚ ਹੀ ਮਿਲਦੀ ਹੈ। ਸੋ ਉਸ ਨੂੰ ਜ਼ਰਾ ਡਿਫਾਈਨ ਕਰੋ। ਯੈਸ ਸਰ, ਮਿਸਟਰ ਖੰਨਾ, ਯੂ ਆਰ ਕਰੈਕਟ। ਜਿਹੜੀ NRI ਦੀ ਡੈਫੀਨੇਸ਼ਨ ਹੈ, ਇਟ ਇਜ਼ ਬੇਸਿਕਲੀ ਡਿਫਾਈਨਡ ਇਨ 2 ਐਕਟਸ। ਇੱਕ ਤਾਂ ਹੈਗਾ ਜੀ ਫੇਮਾ, ਵਿਚ ਇਜ਼ ਅ ਫੋਰਨ ਐਕਸਚੇਂਜ ਅਮੈਂਡਮੈਂਟ ਐਕਟ 1999, ਤੇ ਦੂਜਾ ਐਕਟ ਹੈਗਾ ਇਨਕਮ ਟੈਕਸ ਐਕਟ 1961। ਮੈਂ ਤੁਹਾਨੂੰ ਬਰੀਕੀ 'ਚ ਦੱਸ ਦਿੰਦਾ ਕਿ ਡਿਫਰੈਂਸ ਕੀ ਹੈਗਾ ਥੋੜਾ ਜਿਹਾ। ਜਿਹੜਾ ਫੇਮਾ ਐਕਟ ਹੈਗਾ ਉਹ ਵੀ ਗੱਲ ਕਰਦਾ ਹੈਗਾ ਕਿ ਨੰਬਰ ਆਫ ਡੇਜ਼ ਸਟੇਜ਼ ਦਾ 182 ਦਿਨ ਤੋਂ ਜ਼ਿਆਦਾ ਇੰਡੀਆ 'ਚ ਬਾਹਰ ਰਹੇ ਹੋ। ਪਰ ਫੇਮਾ ਇੱਕ NRI ਦੀ ਬੜੀ ਯੂਨੀਕ ਡੈਫੀਨੇਸ਼ਨ ਇਹ ਵੀ ਕਹਿੰਦਾ ਕਿ ਕੋਈ ਵੀ ਬੰਦਾ ਜਾਂ ਇਸਤਰੀ ਇੰਡੀਆ 'ਚੋਂ ਬਾਹਰ ਜਾ ਰਿਹਾ ਹੈ ਪਰਮਾਨੈਂਟਲੀ ਫॉर ਕੰਮ ਕਰਨ ਲਈ, ਸਟੱਡੀਜ਼ ਲਈ, ਓਕੇਸ਼ਨ ਲਈ, ਇੰਪਲੋਇਮੈਂਟ ਲਈ, ਭਾਵੇਂ ਉਹ 30 ਮਾਰਚ ਨੂੰ ਚੱਲ ਜਾਏ ਕਿਸੇ ਸਾਲ ਦੇ 30 ਮਾਰਚ ਨੂੰ, ਰਾਈਟ, ਪੂਰਾ ਸਾਲ ਇੰਡੀਆ 'ਚ ਰਿਹਾ ਹੈ, ਬਟ 30 ਮਾਰਚ ਨੂੰ ਜੇ ਉਹਦਾ ਵੀਜ਼ਾ ਲੱਗ ਗਿਆ, ਐਵਰੀਥਿੰਗ ਇਜ਼ ਇਨ ਪਲੇਸ, ਹੀ ਵਿਲ ਬਿਕਮ ਔਰ ਹੀ ਔਰ ਸ਼ੀ ਵਿਲ ਬਿਕਮ ਐਨ NRI ਫਰੋਮ 30th ਮਾਰਚ ਆਫ ਦੈਟ ਈਅਰ। ਠੀਕ ਹੈ ਜੀ। ਐਗਜ਼ਾਮਪਲ ਦੇਣਾ, ਲੈਟਸ ਸੇ ਆਪਣੇ ਸਾਡੇ ਇੰਡੀਆ 'ਚ ਸਾਲ ਦੇਖਦੇ ਹਾਂ 1 ਅਪ੍ਰੈਲ ਤੋਂ ਲੈ ਕੇ 31 ਮਾਰਚ ਦੇ ਵਿੱਚ 365 ਦਿਨ ਹੁੰਦੇ ਨੇ ਜੀ। ਜੇ ਕੋਈ ਵੀ ਵਿਅਕਤੀ 364 ਦਿਨ ਇੰਡੀਆ 'ਚ ਰਹਿ ਗਿਆ ਇੱਕ ਸਾਲ ਦੇ ਵਿੱਚ, ਪਰ ਉਹ ਲਾਸਟ ਡੇ ਨੂੰ ਜਾਣਾ ਚਾਹ ਰਿਹਾ ਬਾਹਰ ਫॉर ਇੰਪਲੋਇਮੈਂਟ, ਵੀਜ਼ਾ, ਸਟੱਡੀਜ਼, ਵਟਐਵਰ, from that day he will become an NRI। ਹੁਣ ਇਹਦਾ ਰੈਪਰੀਕੇਸ਼ਨ ਕੀ ਹੈਗਾ? ਕਹਿਣ ਨੂੰ ਤਾਂ ਬਹੁਤ ਸੌਖਾ ਹੈ ਕਿ ਬਿਕਮ ਐਨ NRI, ਬਟ ਰੈਪਰੀਕੇਸ਼ਨ ਕੀ ਹੋਏਗਾ? ਰੈਪਰੀਕੇਸ਼ਨ ਵਿਲ ਬੀ ਦਿਸ ਕਿ ਉਸ ਡੇਟ ਨੂੰ ਜਿੰਨੇ ਵੀ ਉਹਦੇ ਅਕਾਊਂਟਸ ਨੇ, ਸੇਵਿੰਗ ਅਕਾਊਂਟ, ਮਿਊਚੁਅਲ, ਸਾਰੇ ਰੀਡੈਜ਼ਿਗਨੇਟ ਹੋ ਜਾਣਗੇ ਐਜ਼ NRO, NRE ਅਕਾਊਂਟਸ। He can take $1 million from India outside India. So this is a major application for FEMA angle. Second, ਇਨਕਮ ਨੇ ਤਾਂ ਤੁਸੀਂ ਪੁੱਛਿਆ ਕਿ ਇਨਕਮ ਟੈਕਸ ਕੀ ਡੈਫੀਨੇਸ਼ਨ ਹੈ। ਕਿ ਇਨਕਮ ਟੈਕਸ ਡੈਫੀਨੇਸ਼ਨ ਕੀ ਹੈਗੀ ਹੈ ਕਿ ਜੋ ਕੋਈ ਬੰਦਾ 182 ਦਿਨ ਤੋਂ ਉੱਪਰ ਰਹਿ ਰਿਹਾ ਹੈ ਜੀ ਬਾਹਰ, ਇੰਡੀਆ ਤੋਂ ਬਾਹਰ, ਤੇ ਹੀ ਵਿਲ ਬਿਕਮ ਐਨ NRI, ਜਾਂ ਉਹਦਾ ਸਟੇ ਫॉर ਲਾਸਟ 4 ਇਅਰਸ 365 ਦਿਨ ਤੋਂ ਕਮ ਰਿਹਾ ਹੈਗਾ ਤੇ 60 ਡੇਜ਼ ਤੋਂ ਕਮ ਰਿਹਾ ਹੈਗਾ, ਸੋ ਹੀ ਵਿਲ ਆਲਸੋ ਬਿਕਮ ਐਨ NRI ਡਿਊਰਿੰਗ ਦੈਟ ਫਾਈਨੈਂਸ਼ੀਅਲ ਈਅਰ। ਇਹ ਜਿਹੜਾ ਇਨਕਮ ਟੈਕਸ ਦਾ ਪਰਸਪੈਕਟਿਵ ਆਉਂਦਾ, ਦਿਸ ਕਮਸ ਓਨਲੀ ਫਰਮ ਦ ਨੈਰੋ ਪਰਸਪੈਕਟਿਵ ਆਫ ਜਿਹੜੀ ਇਨਕਮ ਟੈਕਸ ਰਿਟਰਨ ਫਾਈਲ ਕਰਨੀ ਹੈ, ਜਾਂ ਇਨਕਮ ਜਿਹੜੀ ਉਹਦੀ ਆ ਰੈਗੂਲੇਸ਼ਨਸ ਅਪਲਾਈ ਕਰਦੇ ਨੇ ਫॉर NRI, ਓਨਲੀ ਫॉर ਦੈਟ ਪਰਪਸ। ਬਟ ਫੇਮਾ ਦੇ ਵਿੱਚ ਪਰਪਸ ਬਿਲਕੁਲ ਚੇਂਜ ਹੋ ਜਾਂਦਾ ਹੈਗਾ ਕਿ ਪੈਸੇ ਕਿੰਨੇ ਟ੍ਰਾਂਸਫਰ ਕਰ ਸਕਦੇ ਨੇ, ਕਿਹੜੇ ਅਕਾਊਂਟਸ ਖੋਲ ਸਕਦੇ ਨੇ, ਇਨਵੈਸਟਮੈਂਟ ਕਿੱਦਾਂ ਕਰ ਸਕਦੇ ਨੇ। ਸੋ ਦਿਸ ਇਜ਼ ਮੇਜਰ ਡੈਫੀਨੇਸ਼ਨ ਡਿਫਰੈਂਸ ਬਿਟਵੀਨ ਫੇਮਾ ਐਂਡ ਇਨਕਮ ਟੈਕਸ। ਸੋ ਜਦੋਂ ਆਪਾਂ ਇਨਕਮ ਟੈਕਸ ਨੂੰ ਡੀਲ ਕਰਨ ਜਾ ਰਹੇ ਹਾਂ, ਸੋ ਜੋ ਇੰਡੀਆ ਦੇ ਵਿੱਚ ਰਹਿੰਦੇ ਨੇ ਲੋਕ, ਜੋ ਇੰਡੀਆ ਦੇ ਰੈਜ਼ੀਡੈਂਟ ਨੇ, ਇੱਕ ਜਿਹੜੇ ਇੰਡੀਆ ਤੋਂ ਬਾਹਰ ਨੇ ਪਰ ਇੰਡੀਆ ਦੇ ਜੰਮਪਲ ਨੇ, ਉਹ ਦੋਵਾਂ ਦੇ ਵਿੱਚ ਕੀ ਡਿਫਰੈਂਸ ਆ ਜਾਂਦਾ ਹੈ ਜਦੋਂ ਇਨਕਮ ਟੈਕਸ ਨੂੰ ਆਪਾਂ ਡੀਲ ਕਰਨ ਜਾਂਦੇ ਹਾਂ? ਡਿਫਰੈਂਸਿਸ ਤਾਂ ਬਹੁਤ ਜ਼ਿਆਦਾ ਨੇ ਜੀ। ਮਤਲਬ ਕਿ ਦੇਰ ਆਰ ਸੋ ਮੈਨੀ, ਕਈ ਚੀਜ਼ਾਂ 'ਚ NRIs ਨੂੰ ਬੈਨੀਫਿਟ ਨਹੀਂ ਹੈਗਾ ਐਜ਼ ਕੰਪੇਅਰ ਟੂ ਰੈਜ਼ੀਡੈਂਟਸ, ਤੁਹਾਡੇ ਤੇ ਮੇਰੇ ਵਾਂਗੂ। ਕਈ ਚੀਜ਼ਾਂ 'ਚ ਉਹਨਾਂ ਨੂੰ ਬੈਨੀਫਿਟ ਹੈਗਾ। ਆਪਾਂ ਐਗਜ਼ਾਮਪਲ ਲੈਂਦੇ ਹਾਂ, ਕਹਿੰਦਾ ਜਿੱਦਾਂ ਆਪਾਂ ਵੀ ਆਰ ਰੈਜ਼ੀਡੈਂਟਸ, ਰਾਈਟ। ਜੇ ਨੌਨ ਰੈਜ਼ੀਡੈਂਟਸ ਦੀ ਇਨਕਮ 2.5 ਲੱਖ ਤੋਂ ਥੱਲੇ ਹੈਗੀ ਹੈ, ਉਹਨਾਂ ਨੂੰ ਇਨਕਮ ਟੈਕਸ ਰਿਟਰਨ ਫਾਈਲ ਕਰਨ ਦੀ ਲੋੜ ਨਹੀਂ ਹੈਗੀ ਇੰਡੀਆ ਦੇ ਵਿੱਚ। ਬਟ ਜੇ ਉਹਨਾਂ ਦੀ ਇਨਕਮ 2.5 ਲੱਖ ਤੋਂ ਉੱਪਰ ਹੈਗੀ ਹੈ ਤੇ ਉਹਨਾਂ ਨੂੰ ਰਿਟਰਨ ਫਾਈਲ ਕਰਨੀ ਹੀ ਪੈਣੀ ਹੈ ਇੰਡੀਆ ਦੇ ਵਿੱਚ, ਭਾਵੇਂ ਉਹ ਐਗਜ਼ੈਂਪਟ ਇਨਕਮ ਵੀ ਹੈਗੀ ਹੈ ਜੀ। ਐਗਜ਼ਾਮਪਲ NRIs ਦੇ ਵਿੱਚ ਕੀ ਹੁੰਦਾ ਕਿ NRE ਤੇ FCNR ਅਕਾਊਂਟ ਖੁੱਲਦਾ ਇੰਡੀਆ ਵਿੱਚ, NRE ਐਂਡ FCNR ਜੀ। ਉਹਦਾ ਜਿਹੜਾ ਵਿਆਜ ਹੁੰਦਾ ਹੈਗਾ, ਦੈਟ ਇਜ਼ ਨਾਨ ਟੈਕਸੇਬਲ, ਉਸ 'ਚ ਕੋਈ ਟੈਕਸ ਨਹੀਂ ਹੁੰਦਾ। ਹੁਣ NRI ਦੀ ਇਨਕਮ ਹੈਗੀ ਹੈ ਸਾਲ ਦੀ ਉਸ ਦੋਨੋਂ ਅਕਾਊਂਟਸ ਤੋਂ 3 ਲੱਖ ਰੁਪਏ ਦੀ, ਵਿਚ ਇਜ਼, ਬਟ ਸਟਿਲ ਉਹਨੂੰ ਟੈਕਸ ਰਿਟਰਨ ਫਾਈਲ ਕਰਨੀ ਹੀ ਪੈਣੀ ਹੈ ਐਜ਼ ਪਰ ਇੰਡੀਅਨ ਟੈਕਸ ਲਾਅ। ਇਹ ਸਾਰੇ ਸਿਰਫ ਦੇ ਅੰਦਰ ਇੱਕ ਹੀ ਪ੍ਰੋਵੀਜ਼ਨ ਹੈਗੀ ਇਨਕਮ ਟੈਕਸ ਐਕਟ ਦੇ ਵਿੱਚ, ਵਿਚ ਇਜ਼ 115G ਆਫ ਦ ਇਨਕਮ ਟੈਕਸ ਐਕਟ। 115G ਇੱਕ ਸੈਕਸ਼ਨ ਹੈਗਾ, ਉਹ ਇਹ ਗੱਲ ਕਰਦਾ ਜੇ ਕਿਸੇ NRI ਦੀ ਓਨਲੀ ਇਨਵੈਸਟਮੈਂਟ ਇਨਕਮ ਇੰਡੀਆ 'ਚ ਹੈਗੀ, ਇਨਵੈਸਟਮੈਂਟ ਇਨਕਮ, ਇਹ ਵੀ ਡਿਫਾਈਨਡ ਹੈਗੀ 115G ਦੇ ਵਿੱਚ, ਤੇ ਉਹਦੇ ਉੱਪਰ ਟੈਕਸ ਸਾਰਾ ਕੱਟਿਆ ਹੋਇਆ ਹੈਗਾ, ਤਦ ਹੀ ਨੀਡ ਨਾਟ ਫਾਈਲ ਅ ਟੈਕਸ ਰਿਟਰਨ, ਚਾਹੇ ਉਹਦੇ 5 ਕਰੋੜ ਦੀ ਇਨਕਮ ਹੋਵੇ, ਕਰੋੜ ਦੀ ਹੋਵੇ, 50 ਲੱਖ ਦੀ ਹੋਵੇ ਜੀ। ਬਟ 115G ਦੀ ਇਨਕਮ ਜੇ ਨਹੀਂ ਹੈਗੀ ਓਨਲੀ, ਤੇ ਹੋਰ ਇਨਕਮਸ ਹੈਗੀਆਂ ਭਾਵੇਂ ਟੈਕਸ ਐਗਜ਼ੈਂਪਟ ਨੇ, ਉਹਨੂੰ 2.5 ਲੱਖ ਦਾ ਜਿਹੜਾ ਬੈਨੀਫਿਟ ਹੈਗਾ ਉਹ ਨਹੀਂ ਮਿਲਣਾ। ਹੀ ਵਿਲ ਨੀਡ ਟੂ ਫਾਈਲ ਅ ਟੈਕਸ ਰਿਟਰਨ, ਨੰਬਰ 1। ਨੰਬਰ 2, ਅਸੀਂ ਐਗਜ਼ਾਮਪਲ ਹੋਰ ਲੈਂਦੇ ਹਾਂ। ਇੱਕ NRI ਦੇ NRO ਅਕਾਊਂਟ ਖੁੱਲਦਾ ਇੰਡੀਆ ਦੇ ਵਿੱਚ, ਉਹਦੇ ਉੱਪਰ
ਟੈਕਸ ਉਹਦੇ ਉੱਪਰ ਟੈਕਸ ਪੇਬਲ ਹੁੰਦਾ। ਹੁਣ ਕੀ ਹੁੰਦਾ ਹੈ ਕਿ ਲੈਟਸ ਸੇ ਐਨਆਰਓ ਨੇ ਐਨਆਰਆਈ ਨੇ ਐਨਆਰਓ ਅਕਾਊਂਟ 'ਚ ਐਫਡੀ ਬਣਵਾਈ, ਉਹਦਾ ਜੀ। ਉਹਨੂੰ ਵਿਆਜ ਆਇਆ ₹2 ਸਾਲ ਦਾ, ਉਹਦਾ 30% ਨਾਲ 30.9 ਦੇ ਹਿਸਾਬ ਨਾਲ ਉਹਦਾ 75-80 ਹਜ਼ਾਰ ਰੁਪਏ ਟੈਕਸ ਕੱਟ ਜਾਣਾ, ਬੈਂਕ ਨੇ ਕੱਟ ਲੈਣਾ ਤੇ ਜਮ੍ਹਾਂ ਕਰਾ ਦੇਣਾ ਇਨਕਮ ਟੈਕਸ ਨੂੰ। ਜੇ ਤੁਸੀਂ ਐਫਡੀ ਬਣਵਾਉਂਦੇ ਆ ਤੇ ਸਾਡੀ 2.5 ਲੱਖ ਤੋਂ ਥੱਲੇ ਇਨਕਮ 2.5 ਲੱਖ ਦੀ ਇਨਕਮ ਹੈਗੀ ਐਫਡੀ ਚੋਂ, ਆਪਣਾ ਸਿਰਫ 10% ਟੀਡੀਐਸ which is only about 25,000 rupees। ਤੇ ਤੁਸੀਂ ਦੇਖ ਰਹੇ ਹੋ ਕਿ ਜੇ ਟੈਕਸ ਕਰਦੇ, ਜੇ ਐਨਆਰਆਈ ਕਰਵਾਦੇ ਨੇ ਉਹਨਾਂ ਦਾ 75,000 ਸਾਡਾ 3 ਗੁਣਾ ਜੀ। ਨੰਬਰ 2 ਬਹੁਤ ਇੰਪੋਰਟੈਂਟ ਜਿਹੜੀ ਚੀਜ਼ ਹੈਗੀ ਜਿਹੜਾ ਹੋ ਰਿਹਾ, ਜੇ ਤੁਸੀਂ ਤੇ ਅਸੀਂ ਕਿਸੇ ਨੂੰ ਪ੍ਰੋਪਰਟੀ ਵੇਚਦੇ ਆ ਜੀ, ਜੇ 50 ਲੱਖ ਤੋਂ ਉੱਪਰ ਦੀ ਕੰਸੀਡਰੇਸ਼ਨ ਤਾਂ 1% ਟੀਡੀਐਸ ਕੱਟਿਆ ਜਾਂਦਾ। ਲੈਟਸ ਸੇ ਆਪਾਂ 1 ਕਰੋੜ ਦੀ ਕਿਸੇ ਨੂੰ ਰਜਿਸਟਰੀ ਕਰਵਾ ਰਹੇ ਹਾਂ, ਪ੍ਰੋਪਰਟੀ ਵੇਚ ਰਹੇ ਹਾਂ, ਤੇ 1% ਟੀਡੀਐਸ ਵਿਲ ਕਮ ਟੂ ਓਨਲੀ 1 ਲੱਖ ਰੁਪੀਸ ਜੀ। ਜੇ ਇਹੀ ਐਨਆਰਆਈ ਵੇਚ ਰਿਹਾ ਕਿਸੇ ਇੰਡੀਅਨ ਰੈਜ਼ੀਡੈਂਟ ਨੂੰ ਉੱਥੇ 1% ਦੀ ਥਾਂ ਤੇ 20% ਟੈਕਸ ਲੱਗ, ਉਹ ਵੀ ਵੱਧ ਜਾਊਗਾ ਕਿਉਂਕਿ ਸਰਚਾਰਜ ਐਂਡ ਸੈਸ ਦੇ ਨਾਲ। ਮਤਲਬ ਕਿ ਅੱਛਾ ਸਾਡੇ ਕੋਲ ਤਾਂ 50 ਲੱਖ ਦੀ ਲਿਮਿਟ ਹੈਗੀ ਹੈ, 50 ਲੱਖ ਤੋਂ ਉੱਪਰ ਕਰਨਾ ਹੈ। ਜੇ ਐਨਆਰਆਈ 25 ਲੱਖ ਦੀ ਵੀ ਪ੍ਰੋਪਰਟੀ ਜਾਂ 10 ਲੱਖ ਦੀ ਪ੍ਰੋਪਰਟੀ ਉੱਤੇ ਉੱਪਰ ਵੀ 20% ਟੈਕਸ ਕੱਟਣਾ ਹੈ। ਅੰਦਰ ਐਨਆਰਆਈਜ਼ ਨੂੰ ਬੈਨੀਫਿਟ ਨਹੀਂ ਹੈਗਾ। ਹੈਵਿੰਗ ਸੈਡ ਦੈਟ ਇਹਦਾ ਜੀ ਸੈਕਸ਼ਨ ਹੈਗਾ, ਉਹਦਾ ਤੁਸੀਂ ਲੈ ਸਕਦੇ ਹੈਗੇ ਹੋ। ਜੇ ਤੁਹਾਡੇ ਕੋਲ ਰੈਜ਼ੀਡੈਂਟ ਫੋਰਨ ਕਰੰਸੀ 'ਚ ਡਿਪੋਜ਼ਿਟਸ ਹੈਗੇ ਨੇ, ਬਾਹਰੋਂ ਲੈ ਕੇ ਆਏ ਹੋ ਪੈਸਾ, 2 ਸਾਲ ਤੱਕ ਤੁਸੀਂ ਉਹਨੂੰ ਟੈਕਸ ਐਗਜ਼ੈਂਪਟ ਸਟੇਟਸ ਲੈ ਸਕਦੇ ਹੋ ਉਹਦੇ ਅੰਦਰ। ਮਤਲਬ ਕਿ ਡਿਸਐਡਵਾਂਟੇजेस ਵੀ ਨੇ, ਐਡਵਾਂਟੇजेस ਵੀ ਨੇ ਐਨਆਰਆਈਜ਼ ਲਈ when it comes to income tax। ਜੀ। ਸੋ ਜੋ ਇੰਡੀਆ ਦੇ ਵਿੱਚ ਉਹਨਾਂ ਦੀ ਇਨਵੈਸਟਮੈਂਟ ਹੁੰਦੀ ਹੈ, ਮਤਲਬ ਸੋਰਸ ਆਫ ਇਨਕਮ ਕਿਹੜੇ ਹੋ ਸਕਦੇ ਨੇ ਜੋ ਪੋਸੀਬਲ ਨੇ ਅਕੋਰਡਿੰਗ ਟੂ ਦ ਲਾਅ, ਜੋ ਇਨਵੈਸਟਮੈਂਟ ਕਰ ਸਕਦਾ ਹੈ ਇੰਡੀਆ ਦੇ ਵਿੱਚ, ਜਿੱਥੋਂ ਇਨਕਮ ਲੈ ਸਕਦਾ ਹੈ? ਇਹਦੇ 'ਚ ਮੈਂ ਜਿਹੜੀ ਆਪਾਂ ਇਨਵੈਸਟਮੈਂਟ ਇਨਕਮ ਦੀ ਗੱਲ ਕਰਦੇ ਹਾਂ, ਹਲੇ 115 ਜੀ ਦੀ ਵੈਰੀ ਇੰਪੋਰਟੈਂਟ ਸੈਕਸ਼ਨ। ਮੇਰੇ ਖਿਆਲ ਨਾਲ ਜੇ ਇਸ ਸੈਕਸ਼ਨ ਨੂੰ ਬੈਨੀਫਿਟ ਲੈਣਾ ਚਾਹੇ ਲੈ ਸਕਦੇ ਨੇ। ਉਹ ਕਿੱਦਾਂ ਲੈ ਸਕਦੇ? ਆਈ ਐਕਸਪਲੇਨ ਇਟ ਟੂ ਯੂ। ਲੈਟਸ ਸੇ ਕੋਈ ਐਨਆਰਆਈ ਬਾਹਰੋਂ ਪੈਸਾ ਇੰਡੀਆ 'ਚ ਲੈ ਕੇ ਆ ਰਿਹਾ ਜੀ, ਉਹਦੇ ਅੰਦਰ ਕੀ ਹੈਗੀ ਹੈ ਕਿ ਉਹ ਪੈਸਾ ਆਪਣੇ ਫੋਰਨ ਅਕਾਊਂਟ 'ਚ ਲੈ ਕੇ ਆ ਸਕਦਾ ਹੈ ਜਾਂ ਆਪਣੇ ਜੋ ਪੈਸੇ ਲੈ ਕੇ ਆ ਸਕਦਾ ਹੈਗਾ ਜੀ। ਜੇ ਐਨਆਰਆਈ ਆਪਣੇ ਅਫੇਅਰਸ ਨੂੰ ਇਦਾਂ ਮੈਨੇਜ ਕਰੇ ਕਿ ਆਪਣੀ ਸਾਰੀ ਜਿਹੜੀ ਇਨਵੈਸਟਮੈਂਟਸ ਹੈਗੀਆਂ, it is from an investment source, from an income outside India or a foreign source outside India, that will come under investment income ਜੀ। ਇਨਵੈਸਟਮੈਂਟ ਇਨਕਮ ਕੀ ਹੋਣਾ ਹੈਗਾ ਕਿ ਉਹਦੇ ਉੱਪਰ ਜਿਹੜੀ ਵੀ ਇਨਕਮ ਹੋਏਗੀ ਉਹਦੇ ਉੱਪਰ ਇੱਕ ਤਾਂ ਬੈਨੀਫੀਸ਼ੀਅਲ ਰੇਟ ਆਫ ਟੈਕਸੇਸ਼ਨ ਹੈਗੀ ਹੈ। ਹਾਂਜੀ, ਇਨਕਮ ਟੈਕਸ ਰਿਟਰਨ ਫਾਈਲ ਕਰਨ ਦੀ ਲੋੜ ਹੀ ਨਹੀਂ ਪੈਣੀ ਜੇ ਟੀਡੀਐਸ ਕੱਟਿਆ ਹੋਇਆ ਸਾਰਾ ਜੀ। ਦਿਸ ਇਜ਼ ਨੰਬਰ 1। ਨੰਬਰ 2, ਹੁਣ ਆਪਾਂ ਗੱਲ ਕਰਦੇ ਕਿ ਐਨਆਰਆਈ ਦੀ ਮੇਜਰ ਸੋਰਸ ਆਫ ਇਨਕਮ ਕੀ ਹੁੰਦੀ ਹੈ। ਜੇ ਆਪਾਂ ਇੰਡੀਅਨ ਪਰਸਪੈਕਟਿਵ ਦੇਖੀਏ, ਦੇयर ਆਰ 4 ਇਨਕਮ। 1 ਇਜ਼, ਪਹਿਲੀ ਹੁੰਦੀ ਹੈ ਪ੍ਰੋਪਰਟੀ ਦੀ ਰੈਂਟਲ ਇਨਕਮ। ਉਹ ਜੇ ਕੋਈ ਤੁਸੀਂ ਐਨਆਰਆਈ ਪ੍ਰੋਪਰਟੀ ਦਿੰਦਾ ਰੈਂਟ ਉੱਪਰ 30% ਟੈਕਸ ਡਿਡਕਸ਼ਨ ਹੋਣੀ ਉਹਦੇ ਉੱਪਰ ਵੀ, ਉਹ ਜਦ ਕਿ 30 ਬੇਸ ਦਾ ਬੈਨੀਫਿਟ ਲੈ ਸਕਦਾ ਹੈਗਾ ਤੇ ਦੈਟ ਇਜ਼ ਅਵੇਲੇਬਲ। ਸੈਕਿੰਡ ਹੁੰਦੀ ਹੈ ਇੰਟਰਸਟ ਦੀ ਇਨਕਮ, ਉਹ ਦੈਟ ਵੀ ਆਲਰੇਡੀ ਡਿਸਕਸਡ। ਇੰਟਰਸਟ ਦੀ ਇਨਕਮ ਐਨਆਰਓ, ਐਨਆਰਈ, ਐਫਸੀਐਨਆਰ ਅਕਾਊਂਟ 'ਚ ਹੋ ਸਕਦੀ ਹੈ। ਜੇ ਐਨਆਰਆਈ ਨੂੰ ਐਨਆਰਓ ਅਕਾਊਂਟ 'ਚ ਵਿਆਜ ਆ ਰਿਹਾ ਦੈਟ ਇਜ਼ ਟੈਕਸੇਬਲ ਇਨ ਇੰਡੀਆ, ਉਹਦੇ ਉੱਪਰ 30% ਟੈਕਸ ਕਰਦਾ ਹੈ ਰਫਲੀ। ਜੇ ਐਨਆਰਈ ਤੇ ਐਫਸੀਐਨਆਰ ਤੋਂ ਇਨਕਮ ਆ ਰਹੀ ਹੈ ਉਹਦੇ ਉੱਪਰ ਕੋਈ ਟੈਕਸ ਨਹੀਂ ਹੈਗਾ, ਇਟਸ ਟੈਕਸ ਐਗਜ਼ੈਂਪਟ ਇਨ ਇੰਡੀਆ। ਥਰਡ ਹੁੰਦੀ ਹੈ ਆਪਣੀ ਸੈਲਰੀ ਦੀ ਇਨਕਮ। ਕੋਈ ਇੰਡੀਅਨ ਕੋਈ ਐਨਆਰਆਈ ਨੂੰ ਇਨਕਮ ਆ ਰਹੀ ਹੈ, ਸੈਲਰੀ ਇਨਕਮ ਆ ਰਹੀ ਹੈ, ਉਹ ਹੋ ਗਿਆ। ਡਿਵੀਡੈਂਡ ਹੋ ਗਿਆ। ਅੱਛਾ, ਲੌਂਗ ਟਰਮ ਤੇ ਸ਼ਾਰਟ ਟਰਮ ਕੈਪੀਟਲ ਗੇਨਸ, ਬਹੁਤ ਸਾਰੇ ਐਨਆਰਆਈਜ਼ ਇੰਡੀਅਨ ਮਾਰਕੀਟ 'ਚ ਮਿਊਚੁਅਲ ਫੰਡਸ ਇਨਵੈਸਟ ਕਰਦੇ ਨੇ। ਜੇ ਲਿਸਟਡ ਸ਼ੇਅਰਸ, ਅਨਲਿਸਟਡ ਸ਼ੇਅਰਸ, ਮਿਊਚੁਅਲ ਫੰਡਸ, ਡੈਟ ਫੰਡਸ ਇਨਵੈਸਟਮੈਂਟ ਕਰ ਰਹੇ ਨੇ ਤੇ ਉਹਦੇ ਉੱਪਰ ਇੰਡੈਕਸੇਸ਼ਨ ਦਾ ਬੈਨੀਫਿਟ ਵੀ ਹੈਗਾ, 10% 20% ਦੇ ਟੈਕਸੇਸ਼ਨ ਰੇਟਸ ਵੀ ਹੈਗੇ ਨੇ, ਸ਼ਾਰਟ ਟਰਮ ਕੈਪੀਟਲ ਗੇਨ ਵੀ ਹੈਗਾ। ਸੋ ਮੇਜਰਲੀ ਥੀਸ ਟਾਈਪਸ ਆਫ ਇਨਕਮ ਆਰ देयर ਫॉर ਐਨਆਰਆਈਜ਼। ਮੈਂ ਸਿਰਫ ਇਹੀ ਐਡਵਾਈਸ ਕਰਨਾ ਚਾਹੂੰਗਾ ਥਰੂ ਯੋਰ ਮੀਡੀਅਮ ਕਿ ਜਦੋਂ ਵੀ ਐਨਆਰਆਈਜ਼ ਕੋਈ ਇਨਵੈਸਟਮੈਂਟਸ ਇੰਡੀਆ 'ਚ ਪਲਾਨ ਕਰਨ, ਉਹਨੂੰ ਇਸ ਪਰਸਪੈਕਟਿਵ ਨਾਲ ਕਰੇ ਕਿ ਉਹਨੂੰ ਟੈਕਸੇਸ਼ਨ ਉਹਨੂੰ ਘੱਟ ਪਵੇ ਉਹਨਾਂ ਨੂੰ। ਜੀ। ਸੋ ਇੱਕ ਪੁਆਇੰਟ ਇਹ ਆ ਜਾਂਦਾ ਹੈ ਕਿ ਜਦੋਂ ਅੱਜ ਕੱਲ੍ਹ ਤੁਸੀਂ ਦੇਖਿਓ ਆਨਲਾਈਨ ਵਰਕ ਹੋ ਰਿਹਾ, ਜਿੱਦਾਂ ਤੁਸੀਂ ਸੈਲਰੀ ਦੀ ਗੱਲ ਕੀਤੀ ਹੈ, ਤਾਂ ਆਨਲਾਈਨ ਵਰਕ ਜੋ ਹੁੰਦਾ, ਮੰਨ ਲਓ ਉਹ ਕਿਸੇ ਵਿਦੇਸ਼ੀ ਧਰਤੀ ਤੇ ਬੈਠਾ ਹੈ ਔਰ ਇੰਡੀਆ ਦੀ ਕਿਸੇ ਕੰਪਨੀ ਨਾਲ ਉਸ ਦਾ ਸੰਪਰਕ ਹੈ, ਇੱਥੇ ਉਹ ਕੰਮ ਕਰ ਰਿਹਾ, ਆਪਣੀ ਸਰਵਿਸਿਜ਼ ਦੇ ਰਿਹਾ ਹੈ, ਉਹ ਉਹਨੂੰ ਸੈਲਰੀ ਪੇ ਕਰਦੇ ਨੇ, ਦੈਨ ਵਾਟ? ਇਸ ਸਿਚੁਏਸ਼ਨ 'ਚ ਕੀ ਕਰੇਗਾ? ਇਹਦੇ ਅੰਦਰ ਨਾ ਸਰ ਇੱਕ ਨੈਕਸਸ ਆਉਂਦਾ ਹੈ ਵਿਚ ਇਜ਼ ਕਾਲਡ ਬਿਜ਼ਨਸ ਕੰਟਰੋਲ ਐਂਡ ਪ੍ਰੋਫੈਸ਼ਨਲ ਸੈਟਅਪ ਫਰਮ ਇੰਡੀਆ ਜੀ। ਇਨਕਮ ਟੈਕਸ ਤੇ ਇਹ ਡਿਫਾਈਨਡ ਹੈਗਾ ਕਿ ਜੇ ਤੁਸੀਂ ਕੋਈ ਇੰਡੀਆ 'ਚੋਂ ਇਨਕਮ ਡਰਾਈਵ ਕਰ ਰਹੇ ਹੋ ਥਰੂ ਬਿਜ਼ਨਸ ਕੰਟਰੋਲ ਔਰ ਪ੍ਰੋਫੈਸ਼ਨਲ ਸੈਟਅਪ ਇਨ ਇੰਡੀਆ, ਉਹਦੀ ਇਨਕਮ ਇੰਡੀਆ 'ਚ ਟੈਕਸੇਬਲ ਹੋਣੀ ਹੈ, ਨੰਬਰ 1। ਹੁਣ ਆਪਾਂ ਐਗਜ਼ਾਮਪਲ ਲੈਂਦੇ ਹਾਂ ਕਿ ਲੈਟਸ ਸੇ ਕੋਈ ਫੋਰਨ ਕੰਪਨੀ ਇੰਡੀਅਨ ਕੰਪਨੀ ਨਾਲ ਕੰਮ ਕਰ ਰਹੀ ਹੈ, ਇੰਡੀਅਨ ਰੈਜ਼ੀਡੈਂਟ ਨਾਲ ਕੰਮ ਕਰ ਰਹੀ ਹੈ। ਦਿਸ ਫੋਰਨ ਕੰਪਨੀ ਨੂੰ ਕਮਿਸ਼ਨ ਇਨਕਮ ਆ ਰਹੀ ਹੈ ਇੰਡੀਆ ਤੋਂ, ਕਿਸੇ ਕੰਪਨੀ ਤੋਂ, ਕਿਸੇ ਸੈਲਰ ਤੋਂ, ਪਰ ਉਹਦੀ ਸਰਵਿਸਿਜ਼ ਸਾਰੀ ਇੰਡੀਆ ਤੋਂ ਬਾਹਰ ਹੀ ਨੇ।
ਇਟ ਹੈਜ਼ ਜੀ। ਨੋ ਪਰਮਾਨੈਂਟ, ਪੀ ਦਾ ਕਨਸੈਪਟ ਹੈਗਾ ਪਰਮਾਨੈਂਟ ਇਸਟੈਬਲਿਸ਼ਮੈਂਟ, ਉਹਦੀ ਕੋਈ ਪਰਮਾਨੈਂਟ ਇਸਟੈਬਲਿਸ਼ਮੈਂਟ ਇੰਡੀਆ ਦੇ ਵਿੱਚ ਨਹੀਂ ਹੈਗੀ, ਉਹਦੇ ਉੱਪਰ ਟੈਕਸੀਬਿਲਿਟੀ ਨਹੀਂ ਹੋਏਗੀ। ਬਟ ਜੀ। ਉਹ ਜੇ ਡਰਾਈਵ ਕਰ ਰਹੀ ਹੈ ਫਰੋਮ ਐਨੀ ਬਿਜ਼ਨਸ ਕੰਟਰੋਲ ਔਰ ਅ ਪ੍ਰੋਫੈਸ਼ਨ ਸੈਟਅਪ ਇਨ ਇੰਡੀਆ, ਉਹਦੀ ਇਨਕਮ ਜਿਹੜੀ ਐਟਰੀਬਿਊਟੇਬਲ ਟੂ ਇੰਡੀਆ ਹੈਗੀ ਉਹ ਟੈਕਸੇਬਲ ਹੋਊਗੀ ਇੰਡੀਆ ਦੇ ਵਿੱਚ। ਇੱਕ ਬੜਾ ਇੰਪੋਰਟੈਂਟ ਕੁਐਸਚਨ ਇੱਕ ਹੋਰ ਵੀ ਆਉਂਦਾ ਹੈ ਕਿ ਆਪਾਂ ਐਨਆਰਆਈ ਦੀ ਪਰਸਪੈਕਟਿਵ ਨਾਲ ਹੁਣ ਗੱਲ ਕਰਦੇ ਹਾਂ ਕਿ ਐਨਆਰਆਈ ਜਿੱਦਾਂ ਆਪਾਂ ਦੇਖਦੇ ਹਾਂ ਕਿ ਯੂਐਸਏ, ਯੂਕੇ, ਆਸਟ੍ਰੇਲੀਆ, ਕੈਨੇਡਾ, ਮਿਡਲ ਈਸਟ, ਗਲਫ, ਨਿਊਜ਼ੀਲੈਂਡ, ਬਹੁਤ ਯੂਰਪ, ਅਫਰੀਕਨ ਕੰਟਰੀਜ਼ ਬਹੁਤ ਸਾਰੇ ਐਨਆਰਆਈਜ਼ ਨੇ ਆਪਣੇ ਇੰਡੀਆ ਚੋਂ, ਰਾਈਟ? ਜੀ ਜੀ ਇੰਡੀਆ 'ਚ ਵੇਚਦੇ ਨੇ ਜਾਂ ਉਹਨਾਂ ਨੂੰ ਇੰਟਰਸਟ ਇਨਕਮ ਆ ਰਿਹਾ ਹੈਗਾ ਕਿ ਉਹ ਜਿਹੜਾ ਇੰਡੀਆ 'ਚ ਟੈਕਸ ਪੇ ਕਰ ਰਹੇ ਨੇ ਉਹਨਾਂ ਨੂੰ ਆਪਣੀ ਫੋਰਨ ਕੰਟਰੀ ਜਦੋਂ ਇਨਕਮ ਸ਼ੋ ਕਰਨਗੇ ਕਿ ਉਸ 'ਚ ਕੋਈ ਬੈਨੀਫਿਟ ਮਿਲੂਗਾ। ਦੇਖੋ ਇੱਕ ਗੱਲ ਤਾਂ ਇਹ ਹੈਗੀ ਹੈ ਕਿ ਜਦੋਂ ਵੀ ਕੋਈ ਐਨਆਰਆਈ ਆਪਣੀ ਰਿਟਰਨ ਫਾਈਲ ਕਰੂਗਾ ਗਲੋਬਲੀ ਕਿਸੇ ਵੀ ਜਿੱਥੇ ਉਹ ਜਿੱਥੇ ਆਪਾਂ ਯੂਐਸਏ ਦੀ ਗੱਲ ਕਰਦੇ ਹਾਂ, ਕੋਈ ਐਨਆਰਆਈ ਯੂਐਸਏ 'ਚ ਰਹੇ ਉਹਨੂੰ ਆਪਣੀ ਯੂਐਸਏ ਟੈਕਸ ਰਿਟਰਨ ਫਾਈਲ ਕਰਨੀ ਜ਼ਰੂਰੀ ਹੈ। ਯੂਐਸਏ ਦੇ ਟੈਕਸ ਲਾਜ਼ ਜਾਂ ਸਾਰੀ ਕੰਟਰੀ ਦੇ ਟੈਕਸ ਲਾਜ਼ ਇਹ ਕਰਦੇ ਨੇ ਕਿ ਜੇ ਤੁਹਾਡੀ ਕੋਈ ਗਲੋਬਲ ਇਨਕਮ ਹੈਗੀ ਹੈ ਦੈਟ ਇਜ਼ ਟੂ ਬੀ ਰਿਪੋਰਟਡ ਟੂ ਦ ਯੂਐਸ ਆਈਆਰਐਸ। ਜੀ। ਇਹਨਾਂ ਦੀ ਐਨਆਰਆਈਜ਼ ਦੀ ਇੰਡੀਆ 'ਚੋਂ ਇਨਕਮ ਹੈਗੀ ਹੈ, ਐਫਡੀ ਦੀ ਇਨਕਮ ਹੈ, ਮਿਊਚੁਅਲ ਫੰਡਸ ਦੀ ਇਨਕਮ ਹੈ, ਪ੍ਰੋਪਰਟੀ ਦੀ ਇਨਕਮ ਹੈ, ਲੌਂਗ ਟਰਮ ਸ਼ਾਰਟ ਟਰਮ ਕੈਪੀਟਲ ਗੇਨਸ ਨੇ, ਉਹਦੇ ਉੱਪਰ ਟੈਕਸ ਪੇ ਕਰਤਾ, ਇੰਡੀਅਨ ਟੈਕਸ ਰਿਟਰਨ ਦੀ ਫਾਈਲ ਕਰਤੀ। ਹੁਣ ਯੂਐਸ 'ਚ ਕੀ ਹੋਏਗਾ ਉਹਦੇ ਅੰਦਰ? ਹੁਣ ਉਹਦੇ ਅੰਦਰ ਕੀ ਹੈਗਾ ਕਿ ਇੰਡੀਅਨ ਗਵਰਨਮੈਂਟ ਨੇ ਸਾਰੀ ਕੰਪਲੈਕਸਿਟੀ ਦੇਖਦੇ ਹੋਏ ਵਿਦ ਆਲਮੋਸਟ 100 ਕੰਟਰੀਜ਼ ਇੱਕ ਡਬਲ ਟੈਕਸੇਸ਼ਨ ਅਵੋਇਡੈਂਸ ਐਗਰੀਮੈਂਟ ਸਾਈਨ ਕੀਤਾ ਹੈਗਾ, ਉਹਨੂੰ ਕਹਿੰਦੇ DTAA, ਡਬਲ ਟੈਕਸੇਸ਼ਨ ਅਵੋਇਡੈਂਸ ਐਗਰੀਮੈਂਟ। ਜੀ। ਸਾਰੇ ਡਬਲ ਟੈਕਸੇਸ਼ਨ ਅਵੋਇਡੈਂਸ ਜਿਹੜੀ ਕੰਟਰੀਜ਼ ਦੇ ਨਾਲ ਨੇ ਉਹਦੇ ਅੰਦਰ ਕਲੌਜ਼ਸ ਹੁੰਦੇ ਨੇ, ਸਬ ਕਲੌਜ਼। ਉਹ ਗੱਲ ਕਰਦੇ ਨੇ ਕਿ ਜੇ ਕਿਸੇ ਯੂਐਸ ਰੈਜ਼ੀਡੈਂਟ ਦੀ ਇੰਡੀਆ 'ਚ ਇਨਕਮ ਹੈਗੀ ਹੈ, ਇੰਟਰਸਟ ਇਨਕਮ, ਸੈਲਰੀ ਇਨਕਮ, ਪੈਨਸ਼ਨ ਇਨਕਮ, ਇਨਵੈਸਟਮੈਂਟ ਇਨਕਮ, ਲੌਂਗ ਟਰਮ ਕੈਪੀਟਲ ਗੇਨ, ਸ਼ਾਰਟ ਟਰਮ ਕੈਪੀਟਲ ਗੇਨ, ਕਿ ਉਹਦਾ ਯੂਐਸਏ 'ਚ ਟੈਕਸ ਕਿੱਦਾਂ ਪੇ ਹੋਏਗਾ। ਜੀ। ਉਹਦੇ ਅੰਦਰ ਫਿਰ ਮੈਥਡਸ ਡਿਫਾਈਨਡ ਨੇ, ਇੱਕ ਹੈਗਾ ਟੈਕਸ ਕ੍ਰੈਡਿਟ ਮੈਥਡ, ਇੱਕ ਹੈਗਾ ਟੈਕਸ ਐਗਜ਼ੈਂਪਸ਼ਨ ਮੈਥਡ। ਟੈਕਸ ਕ੍ਰੈਡਿਟ ਮੈਥਡ ਦਾ ਮਤਲਬ ਇਹ ਹੁੰਦਾ ਕਿ ਜੇ ਤੁਸੀਂ ਇੰਡੀਆ 'ਚ ਟੈਕਸ ਪੇ ਕਰਤਾ, ਉਹ ਇੰਡੀਆ ਦਾ ਟੈਕਸ ਜਿਹੜਾ ਹੈਗਾ ਤੁਹਾਡੇ ਯੂਐਸ ਟੈਕਸ ਨਾਲ ਕ੍ਰੈਡਿਟ ਹੋ ਜਾਊਗਾ, ਯੂ ਵਿਲ ਗੈਟ ਫॉर ਦੀ ਇੰਡੀਅਨ ਟੈਕਸ। ਟੈਕਸ ਐਗਜ਼ੈਂਪਸ਼ਨ ਮੈਥਡ ਇਹ ਗੱਲ ਕਰਦਾ ਕਿ ਜੇ ਤੁਸੀਂ ਇੰਡੀਆ 'ਚ ਟੈਕਸ ਪੇ ਕੀਤਾ ਹੈਗਾ ਤੁਹਾਨੂੰ ਟੋਟਲ ਟੈਕਸ ਐਗਜ਼ੈਂਪਸ਼ਨ ਮਿਲ ਜਾਊਗੀ। ਸੋ ਜਦੋਂ ਵੀ ਆਪਾਂ ਕੋਈ ਇਨਕਮ ਦੇਖਣੀ ਹੈਗੀ ਕਿ ਉਹਦੀ ਟੈਕਸੇਬਿਲਿਟੀ ਕਿੱਦਾਂ ਹੋਏਗੀ ਦੋਨੋਂ ਕੰਟਰੀਜ਼ ਦੇ ਵਿੱਚ, ਸਾਨੂੰ ਉਹ ਡਬਲ ਟੈਕਸੇਸ਼ਨ ਅਵੋਇਡੈਂਸ ਐਗਰੀਮੈਂਟ ਜ਼ਰੂਰ ਪੜ੍ਹਨਾ ਪੈਣਾ ਕਿ ਵਾਟ ਡਜ਼ ਇਟ ਆਰਟੀਕਲ ਸੇ ਇਨ ਰਿਸਪੈਕਟ ਆਫ ਦੈਟ ਪਾਰਟੀਕੂਲਰ ਇਨਕਮ। ਇਹ ਹਰ ਇੱਕ ਕੰਟਰੀ ਲਈ ਡਿਫਰੈਂਟ ਵੀ ਹੋ ਸਕਦਾ ਹੈ। ਨੋਰਮਲੀ ਕਈ ਕੰਟਰੀਜ਼ ਲਈ ਜਿਹੜੇ ਕਲੌਜ਼ਸ ਨੇ ਸੇਮ ਵੀ ਹੁੰਦੇ ਹੈਗੇ ਨੇ, ਆਰਟੀਕਲਸ ਸੇਮ ਹੁੰਦੇ ਹੈਗੇ ਨੇ। ਸੋ ਵੀ ਹੈਵ ਟੂ ਬੀ ਵੈਰੀ ਵੈਰੀ ਪਾਰਟੀਕੂਲਰ ਵੈਨ ਵੀ ਟਾਕ ਅਬਾਊਟ ਦੀ ਇਨਕਮ ਆਫ ਅ ਨਾਨ ਰੈਜ਼ੀਡੈਂਟ ਫਰੋਮ ਅ ਗਲੋਬਲ ਪਰਸਪੈਕਟਿਵ। ਸੋ ਕਈ ਵਾਰ ਇਸ ਤਰ੍ਹਾਂ ਦੇ ਮੋਡ ਅਪਣਾਉਣੇ ਪੈਂਦੇ ਨੇ ਆਪਾਂ ਨੂੰ, ਜਿਸ ਤਰ੍ਹਾਂ ਆਪਾਂ ਇੰਡੀਆ ਵਿੱਚ ਵੀ ਅਪਣਾਉਂਦੇ ਹਾਂ ਕਿ ਜਦੋਂ ਟੈਕਸ ਪੈ ਰਿਹਾ ਹੈ ਤਾਂ ਕਿਤੇ ਰਿਬੇਟ ਲਿੱਤੀ ਜਾਂਦੀ ਹੈ, ਕਈ ਤਰ੍ਹਾਂ ਦੇ ਇਨਵੈਸਟਮੈਂਟਸ ਕਰਕੇ ਅਸੀਂ ਐਗਜ਼ੈਂਪਸ਼ਨ ਲੈ ਲੈਂਦੇ ਹਾਂ ਇਨਕਮ ਟੈਕਸ ਤੋਂ। ਤਾਂ ਐਨਆਰਆਈਜ਼ ਵਾਸਤੇ ਕੋਈ ਸਪੈਸ਼ਲ ਇਸ ਤਰ੍ਹਾਂ ਦੇ ਮੈਥਡਸ ਨੇ ਜਾਂ ਸ਼ੇਮ ਨੇ ਜੋ ਅਸੀਂ ਇੱਥੇ ਅਪਲਾਈ ਕਰਦੇ ਹਾਂ ਆਪਣੇ ਵਾਸਤੇ? ਇੱਦਾਂ ਦਾ ਕੋਈ ਚੀਜ਼ ਸਪੈਸ਼ਲ ਨਹੀਂ ਹੈਗੀ ਫॉर ਐਨਆਰਆਈਜ਼ ਵੀਜ਼ਾ ਵਿਜ਼ ਰੈਜ਼ੀਡੈਂਟਸ, ਦੇयर इज ਨੋਟ ਸਪੈਸ਼ਲ ਲਾਈਕ ਦਿਸ। ਜਿੱਦਾਂ ਸਾਨੂੰ ਰੈਜ਼ੀਡੈਂਟਸ ਨੂੰ 1.5 ਲੱਖ ਦੀ ਐਗਜ਼ੈਂਪਸ਼ਨ ਅਵੇਲੇਬਲ ਹੈਗੀ ਜੇ ਅਸੀਂ ਪਾਰਟਿਕੂਲਰ 80C 'ਚ ਆਪਣੀ ਇਨਵੈਸਟਮੈਂਟਸ ਪਲਾਨ ਕਰਦੇ ਹਾਂ, ਇੱਦਾਂ ਹੀ ਐਨਆਰਆਈਜ਼ ਨੂੰ ਨੇ। ਜੇ ਐਨਆਰਆਈਜ਼ ਕੋਈ ਪ੍ਰੋਪਰਟੀ ਵੇਚਦੇ ਨੇ ਜਿਹਦੇ ਉੱਪਰ ਲੌਂਗ ਟਰਮ ਕੈਪੀਟਲ ਗੇਨ ਲੱਗਿਆ ਹੈਗਾ ਉਹਨਾਂ ਨੂੰ, ਦੇ ਕੈਨ ਬਾਏ ਬੌਂਡਸ ਆਫ 50 ਲੱਖ ਰੁਪੀਜ਼ ਵਿਦਿਨ 6 months ਆਫ ਸੇਲ। REC NHI ਦੇ ਬੌਂਡਸ ਨੇ। ਤੀਜਾ, ਉਹ ਕੋਈ ਪ੍ਰੋਪਰਟੀਜ਼ 'ਚ ਹੋਰ ਅੱਗੇ ਇਨਵੈਸਟ ਕਰ ਸਕਦੇ ਨੇ ਵਿਦਿਨ ਕਪਲ ਆਫ ਜਾਂ 3 years ਦੇ ਵਿੱਚ, ਔਰ ਕੈਪੀਟਲ ਗੇਨਸ ਨੂੰ ਬਚਾਉਣ ਲਈ। ਜਿਹੜੇ ਮੇਜਰਲੀ ਰੈਜ਼ੀਡੈਂਟਸ ਨੂੰ ਐਗਜ਼ੈਂਪਸ਼ਨਸ ਅਵੇਲੇਬਲ ਨੇ ਜਾਂ ਟੈਕਸ ਪਲੈਨਿੰਗ ਟੂਲਸ ਅਵੇਲੇਬਲ ਨੇ, ਉਹ ਐਨਆਰਆਈਜ਼ ਨੂੰ ਵੀ ਨੇ in order to minimize their tax liability in India. ਸੋ ਉਸ ਵਾਸਤੇ ਜੋ ਸਾਡੇ ਕੋਲ ਪੈਨ ਕਾਰਡ ਹੋਣਾ ਚਾਹੀਦਾ ਹੈ ਐਨਆਰਆਈਜ਼ ਕੋਲ, ਔਰ ਆਧਾਰ ਕਾਰਡ ਹੋਣਾ ਚਾਹੀਦਾ ਹੈ, ਉਹਦੇ ਬਾਰੇ ਵੀ ਇੱਕ ਜਾਣਕਾਰੀ ਦੇ ਦਿਓ ਤਾਂ ਕਿ ਐਨਆਰਆਈਜ਼ ਨੂੰ ਉਹ ਵੀ ਬਿਲਕੁਲ ਕਲੀਅਰ ਹੋ ਜਾਏ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ। ਇਹਦੇ ਅੰਦਰ there is confusion on this। ਬਹੁਤ ਸਾਰੇ ਐਨਆਰਆਈਜ਼ ਜਦੋਂ ਸਾਨੂੰ ਅਪਰੋਚ ਕਰਦੇ ਨੇ, they tell us ਕਿ ਨਿਪੁੰਨ ਜੀ ਕੀ ਸਾਨੂੰ ਆਧਾਰ ਕਾਰਡ ਚਾਹੀਦਾ, we have a PAN card। let me tell you Mr. Khanna ਕਿ ਇੱਕ ਆਧਾਰ ਜਿਹੜਾ ਐਕਟ ਹੈਗਾ ਉਹ ਵੱਖਰਾ ਐਕਟ ਹੈਗਾ, ਰਾਈਟ? ਆਧਾਰ ਐਕਟ ਇਹ ਕਰਦਾ ਹੈਗਾ ਕਿ ਜੇ ਕਿਸੇ ਨਾਨ ਰੈਜ਼ੀਡੈਂਟ ਸੀਗਾ, ਉਹਨੂੰ ਇੰਡੀਆ 'ਚ ਆਧਾਰ ਕਾਰਡ ਲੈਣਾ, ਉਹਦੇ ਅੰਦਰ ਇੱਕ ਸ਼ਰਤ ਹੈਗੀ ਹੈ ਜੀ। ਅੱਜ ਲੈਟਸ ਸੇ ਆਪਣੀ ਹੈਗੀ ਅੱਜ ਆਪਣੀ 14 ਦਸੰਬਰ ਹੈ ਜੀ। ਜੇ ਅੱਜ ਕਿਸੇ ਐਨਆਰਆਈ ਨੇ, ਜੋ ਐਨਆਰਆਈ ਸੀਗਾ, ਉਹਨੂੰ 14 ਤਰੀਕ ਨੂੰ ਅੱਜ ਆਧਾਰ ਕਾਰਡ ਇੰਡੀਆ 'ਚ ਅਪਲਾਈ ਕਰ ਰਿਹਾ। ਆਧਾਰ ਕਾਰਡ ਪਹਿਲਾਂ ਤਾਂ ਫਿਜ਼ੀਕਲੀ ਅਪਲਾਈ ਹੋਏਗਾ ਜੀ ਇੰਡੀਆ ਦੇ ਵਿੱਚ, ਹੈ ਨਾ। ਇਟ ਕੈਨੋਟ ਬੀ ਅਪਲਾਈਡ ਆਨਲਾਈਨ। ਜੇ ਕਿਸੇ ਨੇ ਆਧਾਰ ਕਾਰਡ ਅਪਲਾਈ ਕਰਨਾ ਹੈ, ਇਟ ਹੈਜ਼ ਟੂ ਬੀ ਇਨਸ਼ੋਰ ਕਿ ਆਧਾਰ ਕਾਰਡ ਅਪਲਾਈ ਕਰਨ ਤੋਂ ਪਹਿਲਾਂ 180 ਜਾਂ 182 ਦਿਨ he has been resident, he or she has been resident in India, only then they apply for an Aadhaar। ਜੇ ਉਹ ਮਿਸਰੈਪਰੈਜ਼ੈਂਟੇਸ਼ਨ ਕਰ ਰਹੇ, ਬਾਹਰੋਂ ਫਲਾਈਟ ਲੈ ਕੇ ਆਏ, ਇੱਥੇ ਇੰਡੀਆ 'ਚ ਘੁੰਮਣ ਲਈ ਆਏ ਨੇ, ਆਧਾਰ ਸੈਂਟਰ 'ਚ ਜਾ ਕੇ ਆਧਾਰ ਬਣਾ ਰਹੇ ਨੇ, ਉੱਥੇ ਉਹ ਡਿਕਲੇਰੇਸ਼ਨ ਪੁੱਛਣਗੇ ਤੁਹਾਡਾ ਡੇ ਆਫ ਸਟੇ ਕਿੰਨਾ ਹੈਗਾ। ਜੇ ਤੁਹਾਡਾ 180 182 ਦਿਨ ਤੋਂ ਘੱਟ ਸਟੇ ਹੈਗਾ, then you are not eligible for an ਆਧਾਰ ਕਾਰਡ। ਪਰ ਗਲਤੀ ਕੀ ਹੋਈ ਹੈ,
ਇੱਥੇ ਗਲਤੀ ਕੀ ਹੋ ਰਹੀ ਹੈ, ਇੱਥੇ ਕਨਫਿਊਜ਼ਨ ਕੀ ਕ੍ਰੀਏਟ ਹੋ ਰਹੀ, ਜਿਹੜੇ ਬੈਂਕਸ ਨੇ, ਪੋਸਟ ਆਫਿਸਿਸ ਨੇ, ਦੇ ਟੈਲ them ਕਿ ਤੁਸੀਂ ਸਰ ਆਧਾਰ ਕਾਰਡ ਲੈ ਕੇ ਆਓ ਸਾਡੇ ਕੋਲ, ਵਿਚ ਇਜ਼ ਨਾਟ ਰਿਕੁਆਇਰਡ। ਉਹਦੇ ਅੰਦਰ ਪੈਨਲਟੀ ਵੀ ਪ੍ਰਿਸਕ੍ਰਾਈਬਡ ਹੈਗੀ ਹੈ ਆਧਾਰ ਐਕਟ ਦੇ ਵਿੱਚ ਕਿ ਇਫ ਯੂ ਗਿਵ ਰਿਪਰੈਜ਼ੈਂਟੇਸ਼ਨ ਦੈਨ ਦੇयर ਇਜ਼ ਆਲਸੋ ਪੈਨਲਟੀ ਲੈਵੀਏਬਲ। ਤੀਜਾ ਇਸ਼ੂ ਕੀ ਹੁੰਦਾ ਹੈਗਾ, ਜਦੋਂ ਹੁਣ ਪ੍ਰਾਪਰਟੀ ਦੀ ਸੇਲ ਡੀਡ ਜਾਂ ਪਰਚੇਜ਼ ਡੀਡ ਐਗਜ਼ੀਕਿਊਟ ਹੋਣੀ ਹੈ, ਕਈ ਵਾਰੀ ਤਹਿਸੀਲਦਾਰ ਆਫਿਸ ਕਹਿੰਦੇ ਨੇ ਤੁਸੀਂ ਆਧਾਰ ਕਾਰਡ ਲੈ ਕੇ ਆਓ। ਹੁਣ ਜਦੋਂ ਐਨਆਰਆਈ ਨੂੰ ਆਧਾਰ ਕਾਰਡ ਦੀ ਲੋੜ ਹੀ ਨਹੀਂ ਹੈਗੀ, ਵਾਈ ਡਜ਼ ਹੀ ਨੀਡ ਟੂ obtain ਆਧਾਰ ਕਾਰਡ? ਠੀਕ ਹੈ ਜੀ। ਕਿਉਂਕਿ ਇਨਟੂ ਦਿਸ ਵਾਟ ਹੈਪਨ ਵਾਸ, ਇਨਕਮ ਟੈਕਸ ਨੇ ਇੱਕ ਨੋਟੀਫਿਕੇਸ਼ਨ ਵੀ ਕੱਢੀ ਸੀਗੀ, ਉਹਦੇ ਅੰਦਰ ਇਹ ਸੀਗਾ ਕਿ ਪੈਨ ਕਾਰਡ ਐਂਡ ਆਧਾਰ ਕਾਰਡ ਆਰ ਇੰਟਰਚੇਂਜੇਬਲ। ਕਿਸੇ ਨੇ ਇੰਡੀਆ ਚੋਂ ਬਾਹਰ ਗਏ, ਨੌਨ ਰੈਜ਼ੀਡੈਂਟ ਬਣ ਗਏ, ਉਹਦੇ ਕੋਲ ਆਧਾਰ ਕਾਰਡ ਸੀਗਾ, ਪੈਨ ਕਾਰਡ ਨਹੀਂ ਹੈਗਾ, ਫॉर the purpose of the income tax filing and returns and forms they are replaced, they are interchangeable। but ਜਦੋਂ ਆਪਾਂ ਬੈਂਕਸ ਦੀ ਗੱਲ ਕਰਦੇ ਹਾਂ ਕਿ ਬੈਂਕਸ 'ਚ ਕੋਈ ਖਾਤਾ ਖੁਲਵਾਉਣਾ ਹੈ, ਐਨਆਰਈ ਖਾਤਾ ਖੁਲਵਾਉਣਾ ਹੈਗਾ, ਬੈਂਕਸ ਇੰਸਿਸਟ ਕਿ ਤੁਸੀਂ ਪੈਨ ਕਾਰਡ ਲੈ ਕੇ ਆਓ, ਇਟਸ ਪਾਰਟ ਆਫ ਦ KYC, ਨੋ योर ਕਸਟਮਰ ਨੋਰਮਸ। ਮੈਂ ਸਿਰਫ ਇਹ ਐਡਵਾਈਸ ਕਰੂੰਗਾ ਕਿ ਕਾਮਨ ਸੈਂਸ ਅਪਲਾਈ ਕਰਨੀ ਹੈ। ਆਪਣਾ ਕੁਐਸਚਨ ਜਦ ਵੀ ਕੋਈ ਤੁਹਾਨੂੰ ਕਹੇ ਕਿ ਆਧਾਰ ਕਾਰਡ ਚਾਹੀਦਾ, ਤੁਹਾਨੂੰ ਯੂ ਸ਼ੁਡ ਆਸਕ ਵਾਈ ਡੂ ਆਈ ਨੀਡ ਆਧਾਰ ਕਾਰਡ? ਕਿੱਥੇ ਮੈਂਸ਼ਨ ਹੈਗਾ ਕਿ ਆਈ ਨੀਡ ਐਨ ਆਧਾਰ ਕਾਰਡ? ਕੈਨ ਯੂ ਕੋਟ ਦਾ ਸਪੈਸਿਫਿਕ ਐਗਜ਼ਾਮਪਲ ਕਿ ਕਿੱਥੇ ਲਾਅ ਨੇ ਪ੍ਰਿਸਕ੍ਰਾਈਬ ਕੀਤਾ ਕਿ ਆਈ ਨੀਡ ਐਨ ਆਧਾਰ ਕਾਰਡ? ਜਦ ਇਹ ਕੁਐਸਚਨ ਪੁੱਛੋਗੇ, ਦੂਜੇ ਬੰਦੇ ਕੋਲ ਆਨਸਰ ਨਹੀਂ ਹੋਗਾ, ਤੁਹਾਨੂੰ ਸਮਝ ਆ ਜਾਊਗਾ ਕਿ ਹੀ ਜਸਟ ਸੇਇੰਗ ਫॉर द पर्पस ऑफ ਸੇਇੰਗ ਇਟ। ਲਾਈਫ ਸਿੰਪਲ ਹੋ ਜਾਏਗੀ। ਮੈਂ ਫਾਈਨਲੀ ਇਹ ਕਹਿਣਾ ਚਾਹੂੰਗਾ ਕਿ ਐਨਆਰਆਈਜ਼ ਨੂੰ ਆਧਾਰ ਕਾਰਡ ਦੀ ਲੋੜ ਨਹੀਂ ਹੈਗੀ ਹੈ। they are not required, they are also not eligible also, they are eligible only if their stay has been more than 180 or 182 days before the date preceding the application for the Aadhaar card। ਕਈ ਵਾਰ ਐਸਾ ਹੁੰਦਾ ਹੈ ਸਰ ਕਿ ਕੋਈ ਬੰਦਾ ਐਬਰੋਡ ਰਹਿ ਰਿਹਾ ਹੈ, ਬਹੁਤ ਦੇਰ ਤੋਂ ਕਿਸੇ ਵੀ ਕੰਟਰੀ 'ਚ ਰਹਿ ਰਿਹਾ ਹੈ, ਹੁਣ ਉਹਦਾ ਮਨ ਹੈ ਕਿ ਮੈਂ ਵਾਪਸ ਆਪਣੀ ਮਦਰਲੈਂਡ ਚਲਾ ਜਾਵਾਂ, ਵਾਪਸ ਪੰਜਾਬ ਆ ਕੇ ਸੈਟਲ ਹੋਵਾਂ, ਸੋ ਹੀ ਵਾਂਟਸ ਟੂ ਕਮ ਬੈਕ। ਹੁਣ ਉਹ ਜਦੋਂ ਪੰਜਾਬ 'ਚ ਵਾਪਸ ਆਉਣਾ ਚਾਹੁੰਦਾ ਹੈ ਅਤੇ ਸੈਟਲ ਡਾਊਨ ਹੋਣਾ ਚਾਹੁੰਦਾ ਹੈ, ਦੈਨ ਉਹਦੀਆਂ ਜਿਹੜੀਆਂ ਸਾਰੀਆਂ ਪ੍ਰੋਪਰਟੀਜ਼ ਫੋਰਨ ਲੈਂਡ ਦੇ ਵਿੱਚ ਹੈਗੀਆਂ ਨੇ, ਉਹਨੂੰ ਸੇਲ ਕਰੇਗਾ, ਰਾਈਟ? ਜੇ ਉਹ ਉੱਥੇ ਨਹੀਂ ਰੱਖਣਾ ਚਾਹੁੰਦਾ, ਰੱਖ ਵੀ ਸਕਦਾ, ਨਹੀਂ ਵੀ ਰੱਖਣਾ ਚਾਹੁੰਦਾ, ਤਾਂ ਇਨ ਦੈਟ ਕੇਸ ਉਹ ਕਿਸ ਤਰ੍ਹਾਂ ਸਾਰਾ ਟੈਕਸੇਸ਼ਨ ਹੋਏਗਾ, ਕਿਸ ਤਰ੍ਹਾਂ ਮਨੀ ਟ੍ਰਾਂਸਫਰਸ ਹੋਣਗੀਆਂ? ਸੋ ਵਾਟ ਹੀ ਕੈਨ ਡੂ ਇਜ਼ ਕਿ ਉਹ ਰੈਜ਼ੀਡੈਂਟ ਨਾ ਬਣੇ, ਉਸ ਤੋਂ ਪਹਿਲਾਂ ਆਪਣਾ ਡੇਜ਼ ਆਫ ਸਟੇ ਪਲਾਨ ਕਰ ਲੈ ਇੰਡੀਆ ਆਉਣ ਤੋਂ ਪਹਿਲਾਂ। ਠੀਕ ਹੈ। ਜੋ ਵੀ ਪ੍ਰੋਪਰਟੀਜ਼ ਉਹ ਬਾਹਰ ਵੇਚੂਗਾ ਨਾ ਇੰਡੀਆ ਤੋਂ ਬਾਹਰ, ਉਹਦੇ ਉੱਪਰ ਉਹਨੂੰ ਇੰਡੀਆ 'ਚ ਟੈਕਸ ਕੋਈ ਨਹੀਂ ਪੇ ਕਰਨਾ, ਸਿਰਫ ਉਸ ਫੋਰਨ ਲੈਂਡ ਤੇ ਟੈਕਸ ਪੇ ਕਰਨਾ। ਜੇ ਐਨਆਰਆਈ ਇੰਡੀਆ 'ਚ ਪਰਮਾਨੈਂਟਲੀ ਵਾਪਸ ਆ ਗਿਆ, 182 ਦਿਨ ਤੋਂ ਉੱਪਰ ਸਟੇ ਹੋ ਗਿਆ, ਜਾਂ 365 ਦਿਨ 4 ਸਾਲਾਂ 'ਚ ਹੋ ਗਿਆ, 60 ਦਿਨ ਹੋ ਗਿਆ, ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਹੈਗੀ, ਫਿਰ ਉਹਨੂੰ ਆਪਣੇ ਫੋਰਨ ਐਸੈਟ ਦੀ ਸੇਲ ਦੇ ਉੱਪਰ ਵੀ ਟੈਕਸ ਪੇ ਕਰਨਾ ਪੈਣਾ ਇੰਡੀਆ ਦੇ ਵਿੱਚ। ਰਾਈਟ। ਇਟ ਇਜ਼ ਵੈਰੀ ਵੈਰੀ ਇੰਪੋਰਟੈਂਟ। ਜਦੋਂ ਵੀ ਐਨਆਰਆਈ ਕੋ ਇੰਡੀਆ 'ਚ ਆਉਣਾ ਚਾਹੁੰਦੇ ਨੇ, ਬਾਹਰੋਂ ਪੈਸਾ ਲੈ ਕੇ ਆਉਣਾ ਚਾਹੁੰਦੇ ਨੇ ਫਰੋਮ ਸੇਲ ਆਫ ਪ੍ਰੋਪਰਟੀ ਔਰ ਵਟਐਵਰ, ਉਹਨਾਂ ਨੂੰ ਆਪਣਾ ਇੱਦਾਂ ਪਲਾਨ ਕਰਨੇ ਨੇ ਅਫੇਅਰਸ ਕਿ ਉਹ ਰੈਜ਼ੀਡੈਂਟ ਨਾ ਬਣ ਜਾਣ। ਜਦ ਤੱਕ ਉਹ ਨਾਨ ਰੈਜ਼ੀਡੈਂਟ ਨੇ, ਉਹਨਾਂ ਨੂੰ ਆਪਣੇ ਫੋਰਨ ਐਸੈਟ ਦੇ ਉੱਪਰ ਕੋਈ ਵੀ ਟੈਕਸ ਇੰਡੀਆ 'ਚ ਪੇ ਕਰਨ ਦੀ ਲੋੜ ਨਹੀਂ ਹੈਗੀ। ਹੁਣ ਇਸ 'ਚ ਕੁਐਸਚਨ ਇਹ ਚੀਜ਼ ਬੜਾ ਇੰਪੋਰਟੈਂਟ ਇਹ ਵੀ ਕੁਐਸਚਨ ਆਉਂਦਾ ਹੈਗਾ ਕਿ ਜਿਹੜੇ ਐਨਆਰਆਈਜ਼ ਬਾਹਰ ਬੈਠੇ ਨੇ, ਉਹਨਾਂ ਦੇ ਇੰਡੀਆ 'ਚ ਐਸੈਟਸ ਪਏ ਨੇ, ਪ੍ਰਾਪਰਟੀਆਂ ਪਈਆਂ, ਜਾਇਦਾਦਾਂ ਪਈਆਂ, ਹੈ ਨਾ ਜੀ, ਪੁਰਾਣੀ ਪ੍ਰਾਪਰਟੀ। ਕਈ ਮੇਰੇ ਕੋਲ ਇਦਾਂ ਦੇ ਕੇਸਿਸ ਆਉਂਦੇ ਨੇ ਜਿਨ੍ਹਾਂ ਦੀ 70 ਪ੍ਰੀ ਪਾਰਟੀਸ਼ਨ ਦੀ ਪ੍ਰਾਪਰਟੀਆਂ ਪਈਆਂ ਉਹਨਾਂ ਦੀ ਇੰਡੀਆ ਦੇ ਵਿੱਚ। ਰਾਈਟ ਸਰ। ਉਹ ਹੁਣ ਕਿ ਉਹਦੇ ਉੱਪਰ ਟੈਕਸ ਪੇਬਲ ਹੈਗਾ ਕਿ ਨਹੀਂ ਹੈਗਾ। ਤੇ ਜੇ ਟੈਕਸ ਪੇਬਲ ਹੈਗਾ ਤਾਂ ਉਹਨੂੰ ਕਿੱਦਾਂ ਬਚਾ ਸਕਦੇ ਨੇ? ਆਈਲ ਗਿਵ ਯੂ ਐਨ ਐਗਜ਼ਾਮਪਲ। ਮੇਰੇ ਕਲਾਇੰਟ ਨੇ, ਹੀ ਇਜ਼ ਫਰਮ ਟੈਕਸਸ, ਸੀਨੀਅਰ ਸਿਟੀਜ਼ਨ। ਉਹਨਾਂ ਨੇ ਇੱਕ ਪ੍ਰਾਪਰਟੀ ਵੇਚਣੀ ਸੀਗੀ ਅੰਬਾਲੇ ਦੇ ਵਿਖੇ, ਅੰਬਾਲੇ ਤੋਂ 20 ਕਿਲੋਮੀਟਰ ਦੂਰ ਬਰਾੜਾ ਗਾਉਂ ਸੀਗਾ ਉੱਥੇ। ਜੀ। ਉਹਦੀ ਰਜਿਸਟਰੀ ਵੈਲਿਊ ਉਹ ਸੀਗੀ 6 ਕਰੋੜ, 6 ਕਰੋੜ ਇਨ ਵਾਈਟ। ਰਾਈਟ। ਹੁਣ ਵੈਨ ਟੂ ਮੀ ਹੀ ਆਸਕਡ ਮੀ ਕਿ ਨਿਪਨ ਜੀ ਇਹਦੇ ਉੱਪਰ ਟੈਕਸ ਪੇਬਲ ਹੈਗਾ ਕਿ ਨਹੀਂ ਹੈਗਾ। ਸੋ ਵੈਨ ਆਈ ਲੁੱਕ ਐਟ ਦਿਸ ਕੇਸ, ਮੈਂ ਦੇਖਿਆ ਕਿ ਉਹ ਪ੍ਰਾਪਰਟੀ ਅੰਬਾਲੇ ਤੋਂ ਤਕਰੀਬਨ 20-22 ਕਿਲੋਮੀਟਰ ਬਾਹਰ ਸੀਗੀ। ਹੁਣ ਸਾਡੇ ਇੰਡੀਅਨ ਇਨਕਮ ਟੈਕਸ ਤੇ ਇਹ ਵੀ ਹੈਗਾ ਕਿ ਇੱਕ ਜਿਹੜਾ ਕਿ ਕਿਹਦੇ ਚੀਜ਼ ਦੇ ਉੱਪਰ ਕੈਪੀਟਲ ਗੇਨ ਲੱਗਦਾ, ਕਿਹਦੇ ਉੱਪਰ ਨਹੀਂ ਲੱਗਦਾ। ਉਹਦੇ ਅੰਦਰ ਇਹ ਪ੍ਰੋਵੀਜ਼ਨ ਹੈ ਕਿ ਜੇ ਤੁਹਾਡੀ ਰੂਰਲ ਐਗਰੀਕਲਚਰ ਲੈਂਡ ਹੈਗੀ ਹੈ, ਰੂਰਲ ਦਾ ਮਤਲਬ ਇਹ ਹੈਗਾ ਕਿ ਜਿਹੜੀ ਸ਼ਹਿਰ ਦੀ ਟਰਾਈ ਚੁੰਗੀ ਤੋਂ 8 ਕਿਲੋਮੀਟਰ ਬਾਹਰ ਹੈਗੀ ਹੈ ਜੀ, ਸ਼ਹਿਰਾਂ ਦੀ, ਛੋਟੇ ਸ਼ਹਿਰਾਂ ਤੋਂ 6 ਕਿਲੋਮੀਟਰ ਜਾਂ 4 ਕਿਲੋਮੀਟਰ, ਜੇ ਉਸ ਤੋਂ ਬਾਹਰ ਹੈਗੀ ਹੈ ਤੇ ਰੂਰਲ ਹੈਗੀ ਹੈ ਤੇ ਉਹਦੀ ਕਿਸਮ ਐਗਰੀਕਲਚਰ ਹੈਗੀ, ਉਹਦੇ ਉੱਪਰ ਕੋਈ ਟੈਕਸ ਨਹੀਂ ਹੈਗਾ ਇੰਡੀਆ ਦੇ ਵਿੱਚ। ਵੈਰੀ ਵੈਰੀ ਇੰਪੋਰਟੈਂਟ। ਸੋ ਵਾਟ ਵੀ ਵਾਸ ਇਨ ਦੈਟ ਕੇਸ ਕਿ ਅਸੀਂ ਸਰਪੰਚ ਤੇ ਪਟਵਾਰੀ ਤੋਂ ਸਰਟੀਫਿਕੇਟ ਬਣਵਾਇਆ ਉਹਦੇ ਅੰਦਰ, ਇੱਕ ਗੂਗਲ ਮੈਪ ਦਾ ਇੰਸਟੈਂਸ ਲੈ ਕੇ ਉੱਪਰ। ਉਹ ਜਦੋਂ ਡਾਕੂਮੈਂਟ ਹੋ, ਅਸੀਂ ਉਹ ਸਾਰੇ ਸਾਨੂੰ ਪੈਸੇ ਬਾਈਟ ਦੇ ਵਿੱਚ ਮਿਲ ਗਏ। ਉਹ 6 ਕਰੋੜ ਦੇ ਉੱਪਰ ਵੁੱਡ ਯੂ ਬਲੀਵ ਅਸੀਂ ਕਿੰਨਾ ਟੈਕਸ ਪੇ ਕੀਤਾ? ਨਾਟ ਅ ਸਿੰਗਲ ਰੁਪੀ, ਜ਼ੀਰੋ ਟੈਕਸ। ਓਕੇ। So that all 6 crores was transferred to their US account subsequently without any tax. ठीक हो गया जी? अच्छा, ਜਦੋਂ ਉਹਨਾਂ ਨੇ ਆਪਣੇ USC ਪਹਿਲਾਂ ਕੰਸਲਟੇਸ਼ਨ ਕੀਤੀ, US ਦੇ ਵਿੱਚ ਉਹਨਾਂ ਨੂੰ ਟੈਕਸ ਜੋ ਵੀ ਬੰਦਾ ਸੀ ਪੇ ਕਰਤਾ ਉਹਨਾਂ ਨੇ। ਸਬਸੀਕੁਐਂਟਲੀ ਉਹਨਾਂ ਨੂੰ 1 ਸਾਲ ਤੋਂ ਬਾਅਦ ਇਨਕਮ ਟੈਕਸ ਦਾ ਨੋਟਿਸ ਆ ਗਿਆ ਕਿ ਤੁਸੀਂ ਇਹ ਪ੍ਰਾਪਰਟੀ ਵੇਚੀ ਸੀ ਕਿ ਯੂ ਡਿਡ ਨਾਟ ਪੇ ਐਨੀ ਟੈਕਸ, ਤੇ ਸਕੂਟਨੀ ਲੱਗੀ ਜਿਹੜੀ ਨੋਰਮਲ ਲੱਗਦੀ ਹੈ। ਸੋ ਵੈਨ ਵੀ ਅਪੀਅਰਡ ਬਿਫੋਰ ਦ ਇਨਕਮ ਟੈਕਸ ਆਫਿਸਰ, ਅਸੀਂ ਸਾਰਾ ਉਹਨਾਂ ਨੂੰ ਪੇਪਰ ਵਰਕ ਦਿਖਾਇਆ
ਕਿ ਆ ਦੇਖੋ ਜੀ ਇਹ ਅੰਬਾਲੇ ਤੋਂ 22 ਕਿਲੋਮੀਟਰ ਦੂਰ ਹੈ, ਗੂਗਲ ਮੈਪ ਲੋਕੇਸ਼ਨ ਹੈਗੀ ਹੈ, ਸਰਪੰਚ ਪਟਵਾਰੀ ਦਾ ਸਰਟੀਫਿਕੇਟ ਹੈਗਾ, ਦਿਸ ਇਜ਼ ਅ ਲੀਗਲ ਪ੍ਰੋਵੀਜ਼ਨ ਆਫ ਦੀ ਕੈਪੀਟਲ ਐਸੈਟ 2 ਸੈਕਸ਼ਨ 2 ਸਬਸੈਕਸ਼ਨ 14 ਜੀ ਉਹਦੇ ਕੇਸ ਕਲੋਜ਼ ਹੋ ਗਿਆ। ਹੁਣ ਮੇਰਾ ਪੁਆਇੰਟ ਇਨ ਨਟਸ਼ਟ ਕੀ ਸੀਗਾ ਕਿ ਜਦੋਂ ਵੀ ਐਨਆਰਆਈਜ਼ ਨੂੰ ਪ੍ਰਾਪਰਟੀ ਵੇਚਣ ਇੰਡੀਆ ਦੇ ਵਿੱਚ, ਜੇ ਤਾਂ ਰੂਰਲ ਪ੍ਰਾਪਰਟੀ ਹੈਗੀ ਹੈ, there is no rural agriculture property, there is no tax on India, zero tax। ਜੇ ਪ੍ਰਾਪਰਟੀ ਹੈਗੀ ਹੈ ਸ਼ਹਿਰੀ ਸੀਮਾ ਦੇ ਵਿੱਚ, ਉਹਦੇ ਅੰਦਰ ਵੀ ਪ੍ਰੋਵੀਜ਼ਨ ਕੀ ਹੈਗੀ ਹੈ ਕਿ ਤੁਸੀਂ 2001 ਦੀ ਇੰਡੈਕਸੇਸ਼ਨ ਵੈਲਿਊ ਲੈ ਸਕਦੇ ਹੋ। ਹੁਣ ਇਹਦਾ ਕੀ ਮਤਲਬ ਹੈ, ਲੈਟਸ ਸੇ ਇਹ ਪ੍ਰਾਪਰਟੀ ਕਿਸੇ ਕੋਲ 1970 80 90 ਦੀ ਪਈ ਹੈ ਪ੍ਰਾਪਰਟੀ ਜੀ, ਖਰੀਦ ਵੈਲਿਊ 1 ਲੱਖ ਰੁਪਏ ਦੀ ਸੀਗੀ ਉਸ ਟਾਈਮ, ਪਰ 2001 ਦੇ ਵਿੱਚ ਉਹਦੀ ਵੈਲਿਊ ਸੀਗੀ 10 ਲੱਖ ਰੁਪਏ ਦੀ। ਉਹ ਆਪਾਂ ਇੱਕ ਇਨਕਮ ਟੈਕਸ ਅਪਰੂਵ ਵੈਲਿਊ ਤੋਂ ਵੈਲਿਊਸ਼ਨ ਦਿਖਾ ਦਾਂਗੇ। ਤੇ ਅੱਜ ਉਹ ਪ੍ਰਾਪਰਟੀ ਵੇਚ ਰਹੇ ਨੇ 50 ਲੱਖ ਦੀ, ਜਿਹੜੀ ਇੰਡੈਕਸੇਸ਼ਨ ਹੋਣੀ ਹੈ ਕਿ 1 ਲੱਖ ਦੀ ਥਾਂ ਤੇ ਨਾ ਹੋ ਕੇ 10 ਲੱਖ ਦੇ ਹਿਸਾਬ ਨਾਲ ਇੰਡੈਕਸੇਸ਼ਨ ਹੋਏਗੀ। ਤੇ ਜੇ 10 ਦਾ 30 ਲੱਖ ਬਣ ਗਏ ਤੇ 50 ਤੋਂ 30 ਲੱਖ ਰੁਪਏ ਲੈਸ ਹੋਣਾ, 20 ਲੱਖ ਰੁਪਏ ਟੈਕਸ ਪੇ ਕਰਨਾ, ਦੈਟ ਇਜ਼ ਇਟ। ਇਹਦੇ ਚ ਜਿਹੜਾ ਸੈਪਰੇਟ ਕੁਐਸਚਨ ਇੱਕ ਹੋਰ ਆਉਂਦਾ ਹੈ ਕਿ ਕਿਉਂਕਿ ਜਦੋਂ ਜਿਹੜਾ ਖਰੀਦਣ ਵਾਲਾ ਹੋਗਾ ਉਹ ਤਾਂ ਕਹੇਗਾ ਜੀ ਮੈਂ 22% ਥੋੜਾ TDS ਕੱਟਣਾ ਹੈ, ਰਾਈਟ, ਪਰ 22% ਟੈਕਸ ਹੀ ਨਹੀਂ ਬਣਦਾ, 5% ਟੈਕਸ ਬਣਦਾ ਜਾਂ 2% ਬਣਦਾ ਜਾਂ ਟੈਕਸ ਹੀ ਨਹੀਂ ਬਣਦਾ। ਉਸ ਕੇਸ ਚ ਕੀ ਹੈਗਾ ਕਿ ਐਨਆਰਆਈਜ਼ ਨੂੰ ਇੱਕ ਸੁਵਿਧਾ ਹੈਗੀ ਹੈ ਕਿ they can file for the lower tax deduction certificate or nil deduction certificate before the income tax department। ਰਾਈਟ ਸਰ, एक prescribed procedure follow करना है, application department ਨੂੰ file ਕਰਨੀ ਹੈ ਜੀ ਜਨਾਬ ਮੇਰਾ ਇਹ ਟੈਕਸ ਨਹੀਂ ਬਣਦਾ, ਇਹ ਦੀ ਕੈਲਕੂਲੇਸ਼ਨ ਹੈਗੀ ਹੈ, ਇਹ ਦੀ ਪਰਚੇਜ਼ ਡੀਡ ਹੈ, ਇਹਦਾ ਬਿਆਨਾ ਹੈਗਾ, ਆ ਪੈਨ ਕਾਰਡ ਹੈਗਾ, ਇਹ ਮੇਰਾ ਸਾਰਾ ਪ੍ਰੂਫ ਹੈਗਾ। ਇਨਕਮ ਟੈਕਸ ਡਿਪਾਰਟਮੈਂਟ ਆਫਟਰ ਗੋਇੰਗ ਇਨਟੂ ਦੈਟ ਕੇਸ ਵਿਲ ਇਸ਼ੂ ਯੂ ਦੀ nil deduction certificate or lower deduction certificate, ਤਾਂ ਕਿ ਜਦੋਂ ਤੁਸੀਂ ਪ੍ਰੋਪਰਟੀ ਵੇਚਣ ਜਾਓਗੇ ਤੁਹਾਨੂੰ ਜਿਹੜਾ ਸੈਲਰ ਜਿਹੜਾ ਤੁਹਾਡਾ ਬਾਇਰ 22% ਟੈਕਸ ਕੱਟਣਾ ਚਾਹ ਰਿਹਾ ਸੀਗਾ ਉਹ ਟੈਕਸ ਤੁਹਾਡਾ ਬਹੁਤ ਡਰਾਸਟਿਕਲੀ ਡਾਊਨ ਹੋ ਜਾਏਗਾ। ਸੋ ਆਈ ਐਮ ਸੀ ਪ੍ਰੈਕਟੀਕਲ ਪਰਪਸ ਬਹੁਤ ਸਾਰੇ ਕੇਸਿਸ ਨੇ ਜਿੱਥੇ ਹਾਈ ਵੈਲਿਊ ਪ੍ਰਾਪਰਟੀ ਹੈਗੀਆਂ 15 20 25 ਕਰੋੜ ਦੀ 30 ਕਰੋੜ ਦੀ ਪ੍ਰਾਪਰਟੀ ਵਿਕਦੀਆਂ ਹੈ ਐਨਆਰਆਈਜ਼ ਦੀ ਪ੍ਰੋਮਿਨੈਂਟ ਪ੍ਰਾਪਰਟੀਜ਼, ਦੇ ਕੈਨ ਸੇਵ ਟੈਕਸਸ ਇਨ ਦਿਸ ਵੇ। ਸੋ ਮੈਂ ਤੁਹਾਡੇ 2-3 ਕੁਐਸਚਨ ਇਹਦੇ ਨਾਲ ਆਨਸਰ ਕਰਤੇ ਕਿ ਰੂਰਲ ਐਗਰੀਕਲਚਰ ਲੈਂਡ ਦੇ ਉੱਪਰ ਨੋ ਟੈਕਸ ਹੈਗਾ, ਅਰਬਨ ਜਿਹੜੀ ਪ੍ਰਾਪਰਟੀ ਹੈਗੀ ਉਹਦੇ ਉੱਪਰ ਤੁਸੀਂ ਟੈਕਸ ਕਿੱਦਾਂ ਬਚਾ ਸਕਦੇ ਹੈਗੇ ਹੋ, ਇੰਡੈਕਸੇਸ਼ਨ ਬੈਨੀਫਿਟ ਕਿੱਦਾਂ ਲੈ ਸਕਦੇ ਹੈਗੇ ਹੋ, ਐਂਡ ਤੁਸੀਂ ਜੇ ਤੁਹਾਡਾ TDS ਬਣਦਾ ਹੈ 22% ਕੋਈ ਕੱਟਣਾ ਚਾਹ ਰਿਹਾ ਹੈਗਾ ਉਹਨੂੰ ਕਿੱਦਾਂ ਤੁਸੀਂ ਸੇਵ ਕਰ ਸਕਦੇ ਹੋ। ਸਰ ਇੱਕ ਸਿਚੁਏਸ਼ਨ ਹੈ ਜੋ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਕਿ ਕੋਈ NRI ਵਾਪਸ ਪੰਜਾਬ 'ਚ ਆ ਕੇ ਸੈਟਲ ਹੋਣਾ ਚਾਹੁੰਦਾ ਹੈ, ਆਪਣੀ ਮਾਤਰ ਭੂਮੀ ਤੇ ਆ ਕੇ ਦੁਬਾਰਾ ਰਹਿਣਾ ਚਾਹੁੰਦਾ ਹੈ ਔਰ ਉਹ ਸੈਟਲ ਹੋ ਜਾਂਦਾ ਹੈ। ਸਪੋਜ਼ ਉਹ ਜਿਸ ਧਰਤੀ ਤੋਂ ਆਇਆ ਹੈ ਵਿਦੇਸ਼ ਦੇ ਵਿੱਚ, ਮੰਨ ਲਓ ਅਮਰੀਕਾ ਦੇ ਵਿੱਚ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ, ਉਹਨੇ ਆਪਣਾ ਇੱਕ ਬਿਜ਼ਨਸ ਐਸਟੈਬਲਿਸ਼ ਕੀਤਾ ਹੋਇਆ ਹੈ। ਹੁਣ ਉਹ ਬਿਜ਼ਨਸ ਉਹ ਉੱਥੇ ਚਲਾ ਰਿਹਾ ਹੈ, ਬਿਜ਼ਨਸ ਬੰਦ ਕਰਕੇ ਨਹੀਂ ਆਇਆ, ਸਟਿਲ ਚੱਲ ਰਿਹਾ ਹੈ। ਉੱਥੇ ਉਹਨੇ ਆਪਣੇ ਰਿਪਰੈਜ਼ੈਂਟੇਟਿਵ ਰੱਖੇ ਹੋਏ ਨੇ ਜੋ ਉਹਦੇ ਵਾਸਤੇ ਉੱਥੇ ਕੰਮ ਕਰ ਰਹੇ ਨੇ ਔਰ ਉੱਥੋਂ ਉਹਨੂੰ ਇਨਕਮ ਹੋ ਰਹੀ ਹੈ। ਹੁਣ ਉਹ ਇਨਕਮ ਆਏਗੀ ਇੰਡੀਆ, ਸੋ ਇੱਥੇ ਟੈਕਸ ਮੋਡ ਕੀ ਰਹੇਗਾ ਕਿ ਉਹ ਗਵਰਨਮੈਂਟ ਆਫ ਅਮਰੀਕਾ ਨੂੰ ਵੀ ਜਾਂ ਦੂਸਰੀ ਕੰਟਰੀ ਜਿੱਥੇ ਉਹ ਰਹਿ ਰਿਹਾ ਉੱਥੇ ਵੀ ਟੈਕਸ ਦੇਗਾ, ਫਿਰ ਇੰਡੀਅਨ ਗਵਰਨਮੈਂਟ ਨੂੰ ਵੀ ਟੈਕਸ ਦੇਗਾ, ਡਬਲ ਟੈਕਸ। ਹੁਣ ਇਸ 'ਚ ਸਭ ਤੋਂ ਵੱਡੀ ਜਿਹੜੀ ਪਹਿਲਾ ਕੁਐਸਚਨ ਤਾਂ ਇਹ ਆਉਂਦਾ ਕਿ ਜਿਹੜੇ ਵਿਅਕਤੀ ਨੇ ਉਹ ਇੰਡੀਆ 'ਚ ਰੈਜ਼ੀਡੈਂਟ ਕਿੰਨੇ ਦਿਨ ਨੇ ਜੀ, ਡਿਊਰਿੰਗ ਦ, ਜੇ ਤੋਂ 182 ਦਿਨ ਤੋਂ ਉੱਪਰ ਰੈਜ਼ੀਡੈਂਟ ਹੋ ਗਏ ਇੰਡੀਆ ਦੇ ਵਿੱਚ ਹਾਂਜੀ, ਤੇ ਉਹਨਾਂ ਦੀ ਇਨਕਮ ਕੋਈ ਵੀ ਪ੍ਰੋਫੈਸ਼ਨਲ ਬਿਜ਼ਨਸ ਦੀ ਬਾਹਰੋਂ ਆ ਰਹੀ ਹੈ ਉਹ ਸਾਰੀ ਇਨਕਮ ਟੈਕਸੇਬਲ ਹੋ ਜਾਏਗੀ ਇੰਡੀਆ ਦੇ ਵਿੱਚ। ਰਾਈਟ ਸਰ, he or she is a non-resident as per the Income Tax Act Section 6, then that income will not be taxable in India, which is from a foreign source। मैं ਤੁਹਾਨੂੰ ਪਹਿਲਾਂ ਵੀ ਕਲੀਅਰ ਕੀਤਾ ਹੈ ਕਿ ਇਸੇ NRI ਨੂੰ ਪਲਾਨ ਕਰਨੇ ਪੈਣਾ ਆਪਣਾ ਰੈਜ਼ੀਡੈਂਸੀ। ਜੇ ਕੋਈ NRI ਪਰਮਾਨੈਂਟਲੀ ਬਾਹਰੋਂ ਆ ਹੀ ਰਿਹਾ ਇੰਡੀਆ ਦੇ ਵਿੱਚ, ਯੈਸ ਪਰਮਾਨੈਂਟਲੀ ਬਾਹਰ ਆ ਰਿਹਾ ਹੈ, ਇੰਡੀਆ ਆ ਰਿਹਾ ਹੈ, ਤੇ ਉਹਦੀ ਸਾਰੀ ਫੋਰਨ ਇਨਕਮ ਟੈਕਸੇਬਲ ਹੋ ਜਾਊਗੀ ਇੰਡੀਆ ਦੇ ਵਿੱਚ ਐਸ ਪਰ ਦੀ ਇਨਕਮ ਟੈਕਸ ਐਕਟ। ਉਹਦੇ ਅੰਦਰ ਬੈਨੀਫਿਟ, ਉਹਦੇ ਅੰਦਰ ਕੀ ਬੈਨੀਫਿਟ ਹੋ ਸਕਦਾ ਹੈਗਾ, ਜਿਹੜੀ ਉਹਦੀ ਫੋਰਨ ਸੋਰਸ ਦੀ ਇਨਕਮ 'ਚ ਉਹਨੇ ਫੋਰਨ 'ਚ ਟੈਕਸ ਪੇ ਕੀਤਾ ਹੈਗਾ ਜੀ, ਲੈਟਸ ਸੇ ਸਵੀਡਨ 'ਚ ਪੇ ਕੀਤਾ ਜਾਂ ਜਰਮਨੀ 'ਚ ਪੇ ਕੀਤਾ, ਸਪੇਨ ਦੇ ਵਿੱਚ, ਉਹਦੀ DT ਡਬਲ ਟੈਕਸੇਸ਼ਨ ਅਵੋਇਡੈਂਸ ਐਗਰੀਮੈਂਟ ਇੰਡੀਆ ਜਿਹੜਾ ਹੈਗਾ ਉਹਨੂੰ ਕਰਨਾ ਪੈਣਾ। ਉਹਦੇ 'ਚ ਰੈਲੇਵੈਂਟ ਆਰਟੀਕਲ 'ਚ ਦੇਖਣਾ ਪੈਣਾ ਕਿ ਇਨਕਮ ਜਿੱਦਾਂ ਬਿਜ਼ਨਸ ਇਨਕਮ ਹੈਗੀ ਤੇ ਬਿਜ਼ਨਸ ਇਨਕਮ ਦੀ ਜਿਹੜੀ ਟੈਕਸੀਬਿਲਿਟੀ ਇੰਡੀਆ 'ਚ ਕਿੱਦਾਂ ਹੋਏਗੀ ਵਿਜ਼ ਦੈਟ ਕੰਟਰੀ। ਜੇ ਫੋਰਨ ਕੰਟਰੀ 'ਚ ਟੈਕਸ ਪੇ ਕਰਤਾ ਕੀ ਉਹਨੂੰ ਟੈਕਸ ਕ੍ਰੈਡਿਟ ਮੈਥਡ ਮਿਲੂਗਾ ਜਾਂ ਟੈਕਸ ਐਗਜ਼ੈਂਪਸ਼ਨ ਮੈਥਡ ਮਿਲੂਗਾ ਇੰਡੀਆ ਦੇ ਵਿੱਚ। ਦਿਸ ਇਜ਼ ਸੀਨ ਟੂ ਅ ਪਾਰਟਿਕੂਲਰ ਕੇਸ। ਸੋ ਮਤਲਬ ਕਿ ਤੁਸੀਂ ਮੇਰਾ ਪੁਆਇੰਟ ਸਮਝ ਗਏ ਨਾ। ਇਨ ਸ਼ਾਰਟ ਕਿ ਆਪਾਂ ਨੂੰ ਡਬਲ ਟੈਕਸੇਸ਼ਨ ਅਵੋਇਡੈਂਸ ਐਗਰੀਮੈਂਟ ਹਰ ਕੇਸ 'ਚ ਪੜਨਾ ਪੈਣਾ ਕਿ ਜੇ ਉੱਥੇ ਆਪਾਂ ਨੂੰ ਟੈਕਸ ਕ੍ਰੈਡਿਟ ਐਗਜ਼ੈਂਪਸ਼ਨ ਅਵੇਲੇਬਲ ਹੈਗਾ ਤੇ ਜੇ ਉਹ NRI ਪਰਮਾਨੈਂਟਲੀ ਇੰਡੀਆ 'ਚ ਆਇਆ ਉਹਦੀ ਫੋਰਨ ਇਨਕਮ ਸਾਰੀ ਟੈਕਸੇਬਲ ਹੋ ਜਾਊਗੀ ਇੰਡੀਆ ਦੇ ਵਿੱਚ। ਰਾਈਟ ਸਰ, ਮਤਲਬ देयर इज अ प्रोविजन ਕਿ ਉਹ ਡਬਲ ਟੈਕਸੇਸ਼ਨ ਤੋਂ ਬਚ ਸਕਦਾ ਹੈ। ਉਹਦੇ ਵਾਸਤੇ ਉਹਨੂੰ ਡੀਪ ਸਟੱਡੀ ਕਰਨੀ ਪਏਗੀ ਔਰ ਇੱਕ ਲੀਗਲ ਮਾਈਂਡ ਦੀ ਉਹਨੂੰ ਮਦਦ ਲੈਣੀ ਪਏਗੀ। ਯੈਸ ਬੀ ਅ ਚਾਰਟਰਡ ਅਕਾਊਂਟੈਂਟ ਔਰ ਲਾਇਰ ਹੂ ਸਪੈਸ਼ਲਾਈਜ਼ ਇਨ ਇਨਕਮ ਟੈਕਸ, ਉਹਨੂੰ ਉਹਨਾਂ ਦੀ ਮਦਦ ਲੈਣੀ ਪੈਣੀ ਹੈ। ਜੀ ਸਰ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਫॉर ਦਿਸ ਵੰਡਰਫੁਲ ਟਾਕ। ਔਰ ਇਸ ਤਰ੍ਹਾਂ ਹੀ ਹੋਰ ਮੁੱਦਿਆਂ ਦੇ ਉੱਤੇ ਤੁਹਾਡੇ ਨਾਲ ਜੁੜਦੇ ਰਵਾਂਗੇ ਅਸੀਂ NRI ਵਰਡ ਦੇ ਵਿੱਚ। ਥੈਂਕ ਯੂ ਵੈਰੀ ਮਚ ਐਂਡ ਆਲ ਦ ਬੈਸਟ ਸਰ।